वाहिगुरु जी की फतेह। विघन विनाशन सोए। वाहिगुरु जी की फतेह। विघन विनाशन सोए। सतनाम श्री वाहिगुरु साहिब जी। गुरते शंकर देव बहुतेरा भयो दिवस मन हरियो न फेरा। लालच लग्यो विफल के कारण कहे बात बहु भांति उचारन। गुरते शंकर देव बहुतेरा। वाहिगुरु जी का खालसा वाहिगुरु जी की फतेह। भगत पावन भगत वत्सल अंतरजामी दीन दयाल मेहरबान दसां पातशाहियां दी जोत तख्त चौर छत्र दे मालक धन श्री गुरु ग्रंथ साहिब जी महाराज सतगुरां दी महान किरपा रहमत दा सदका जगत गुरु धन धन श्री गुरु नानक देव साहिब जी महाराज सतगुरां दे पावने अस्थान गुरुद्वारा श्री बेर साहिब जी विखे सजे हुए सुंदर दीवान दी हाजरी भर रही गुरु की साजी नवाजी हुई साध संगत जीओ। सतगुरां ने किरपा कीती है सत संगत दा अमोलक सुभागा समा बख्शिश कीता है। गरीब नवाज सतगुरु धन श्री गुरु गोबिंद सिंह साहिब जी महाराज दसम पातशाह अमृत के दाते पंथ के वादी सतगुरु जी आगरे बहादुर शाह दे बेनती करन तो पहुंचे हुए हैं। और जिवें महाराज साहब जी आगरे दे बाग दे विच पड़ा रख के डेरा करके अपने खालसे दे समेत उथों दीआं संगतां नूं दर्शन दे रहे हैं। कल जो लड़ीवार इतिहास आपां सरवण कीता है साध संगत जी महाराज साहब जी दे पास हर रोज ही आगरे शहर दीआं इलाके दीआं संगतां दर्शन करन वास्ते आउंदियां। महाराज साहब जी दे दर्शन करके उपदेश लै करके खुशियां प्राप्त करके अपने घरां नूं जांदियां। तां एक सिख भाई जवाहर सिंह जो सुनियारा सिख सी बहुत चंगा जड़तकारी जानदा होया वो महाराज साहब जी दे दर्शन करन वास्ते आया। उसकी नौजवान पुत्री भी उसके नाल आई। ये भाई जवाहर सिंह दी धी ने महाराज साहब जी वास्ते एक सूखम वस्त्र बरीक जिहा कपड़ा लिया के भेंट किया। सतगुरु साहब जी नूं नमस्कार कीती ते सामने गुरु साहब जी दे दर्शन करदियां होइयां भाई जवाहर सिंह की पुत्री बैठ गई। होर भी संगतां आईयां महाराज कलगीधर पातशाह जी के दर्शन कर रही हैं। इन्ने चिर नूं घुमदा घुमाउंदा बहादुर शाह भी आ गया अपने कुछ सिपाहियां दे नाल। इसे बाग दे विच वो आया ते कलगीधर पातशाह गरीब नवाज साहब जी नूं आके नमस्कार कीती। सतगुरु जी नूं नमस्कार करके
ਗੁਰੂ ਸਾਹਿਬ ਜੀ ਨੇ ਆਦਰ ਕੀਤਾ, ਸਤਿਕਾਰ ਦੇ ਬੋਲ ਬੋਲੇ ਤੇ ਆਪਣੇ ਨੇੜੇ ਬਿਠਾ ਲਿਆ ਬਹਾਦਰ ਸ਼ਾਹ ਨੂੰ। ਬਹਾਦਰ ਸ਼ਾਹ ਬੈਠ ਗਿਆ। ਬਾਕੀ ਸਾਰੇ ਸੰਗਤਾਂ ਮਾਈ ਭਾਈ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਕੁਝ ਬਹਾਦਰ ਸ਼ਾਹ ਵੱਲੇ ਵੀ ਵੇਖ ਰਹੇ। ਤਾਂ ਇਹ ਬਹਾਦਰ ਸ਼ਾਹ ਦੀ ਨਿਗਾਹ ਭਾਈ ਜਵਾਹਰ ਸਿੰਘ ਦੀ ਪੁੱਤਰੀ ਦੇ ਉੱਤੇ ਪਈ ਤਾਂ ਇਹਦਾ ਹਿਰਦਾ ਲੁਭਾਇਮਾਨ ਹੋ ਗਿਆ। ਉਸੇ ਵੇਲੇ ਜਿਵੇਂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਵਿੱਚ ਫਰਮਾਇਆ ਹੈ, ਰੂਪੈ ਕਾਮੈ ਦੋਸਤੀ, ਕਿ ਰੂਪ ਦੀ ਤੇ ਕਾਮ ਦੀ ਆਪਸ ਵਿੱਚ ਦੋਸਤੀ ਹੈ। ਤਾਂ ਜਿਸ ਵੇਲੇ ਭਾਈ ਜਵਾਹਰ ਸਿੰਘ ਦੀ ਪੁੱਤਰੀ ਵੱਲੇ ਵੇਖਿਆ ਬਹਾਦਰ ਸ਼ਾਹ ਬਾਦਸ਼ਾਹ ਨੇ ਤਾਂ ਇਹ ਲੁਭਾਇਮਾਨ ਹੋਇਆ। ਇਹਦੇ ਅੰਦਰ ਵਿਸ਼ੇ ਵਾਸ਼ਨਾ ਖੁਰੀ। ਤਾਂ ਗੁਰੂ ਸਾਹਿਬ ਜੀ ਤੋਂ ਸੰਕੋਚਦਾ ਵੀ ਹੈ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਸ ਬੈਠਾ ਹਾਂ, ਪਰ ਮਨ ਜਿਹੜਾ ਉਹ ਬੇਬਸ ਹੋ ਗਿਆ। ਇਸ ਤਰ੍ਹਾਂ ਦੀ ਹਾਲਤ ਇਹ ਬਹਾਦਰ ਸ਼ਾਹ ਦੀ ਹੋਈ। ਇੱਥੋਂ ਤੀਕ ਆਪਾਂ ਇਤਿਹਾਸ ਕੱਲ੍ਹ ਦੇ ਦੀਵਾਨ ਵਿੱਚ ਸਾਧ ਸੰਗਤ ਜੀ ਸਰਵਣ ਕੀਤਾ ਹੈ। ਇਸ ਤੋਂ ਅੱਗੇ ਕਿਵੇਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਇਹ ਬਹਾਦਰ ਸ਼ਾਹ ਨੂੰ ਸਮੱਤ ਦਿੰਦੇ ਆ, ਸ੍ਰੇਸ਼ਟ ਸਿੱਖਿਆ ਦਿੰਦੇ ਹਨ। ਉਹ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੇ ਨੇੜੇ ਬੈਠਾ ਹੋਇਆ ਹੈ ਨਾ ਬਹਾਦਰ ਸ਼ਾਹ। ਇਸ ਕਰਕੇ ਬਹੁਤਾ ਸ਼ੰਕਾ ਜਿਹਾ ਮਹਾਰਾਜ ਸਾਹਿਬ ਜੀ ਤੋਂ ਕਰਦਾ ਹੈ, ਭਾਵ ਗੁਰੂ ਸਾਹਿਬ ਜੀ ਦੀ ਸੰਗ ਸ਼ਰਮ ਕਰਦਾ ਹੈ। ਪਰ ਮਨ ਬੇਵੱਸ ਹੋ ਗਿਆ। ਮਨ ਬਹਾਦਰ ਸ਼ਾਹ ਦਾ ਆਪਣੇ ਵੱਸ ਵਿੱਚ ਨਾ ਰਿਹਾ। ਫੇਰਿਆ ਹੋਇਆ ਮਨ ਫਿਰਦਾ ਨਹੀਂ ਹੈ, ਮੋੜਿਆ ਹੋਇਆ ਮਨ ਮੁੜਦਾ ਨਹੀਂ ਹੈ, ਰੋਕਿਆ ਹੋਇਆ ਮਨ ਰੁਕਦਾ ਨਹੀਂ ਹੈ ਬਹਾਦਰ ਸ਼ਾਹ ਦਾ। ਕਿਉਂਕਿ ਮਨ ਦੀ ਐਸੀ ਹਾਲਤ ਹੈ, ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਜ਼ਿਆਦਾਤਰ ਉਪਦੇਸ਼ ਮਨ ਨੂੰ ਸੰਬੋਧਨ ਕਰਕੇ ਹੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਜਿਵੇਂ ਆਪਾਂ ਗੁਰੂ ਸਾਹਿਬ ਜੀ ਕੀ ਬਾਣੀ ਪੜ੍ਹਦੇ ਸੁਣਦੇ ਹਾਂ, ਭਾਵੇਂ ਸਰੀਰ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਸਰੀਰ ਦੇ ਹਰੇਕ ਹਿੱਸੇ ਦਾ ਜ਼ਿਕਰ ਕਰਕੇ ਗੁਰਬਾਣੀ ਅੰਦਰ ਉਪਦੇਸ਼ ਦਿੱਤਾ। ਪਰ ਜੇ ਜ਼ਿਆਦਾ ਵੇਖੀਏ ਤੇ ਮਨ ਦਾ ਜ਼ਿਕਰ ਜ਼ਿਆਦਾ ਆਉਂਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਕਹੋ ਨਾਨਕ ਹਰਿ ਭਜ ਮਨਾ। ਤੋ ਵਾਰ-ਵਾਰ ਮਨ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਆਉਂਦਾ ਹੈ। ਮਨ ਸਮਝਾਵਨ ਕਾਰਨੇ ਕਛੂਅਕ ਪੜ੍ਹੀਐ ਗਿਆਨ। ਕਿਉਂਕਿ ਸਾਰੀ ਗੱਲ ਮਨ ਤੋਂ ਸ਼ੁਰੂ ਹੁੰਦੀ ਹੈ। ਮਨ ਨੂੰ ਸਮਝਾਉਣਾ, ਮਨ ਨੂੰ ਟਿਕਾਉਣਾ, ਮਨ ਨੂੰ ਵਸ ਵਿੱਚ ਕਰਨਾ, ਮਨ ਨੂੰ ਕਾਬੂ ਕਰਨਾ। ਤਾਂ ਗਰੀਬ ਨਵਾਜ਼ ਸਾਹਿਬ ਜੀ ਨੇ ਐਸਾ ਵੀ ਫਰਮਾਇਆ ਹੈ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਮਨ ਆਪਣੇ ਆਪ ਵਸ ਵਿੱਚ ਨਹੀਂ ਆਉਂਦਾ ਹੈ ਤੇ ਮਨ ਤਨ ਨੂੰ ਵੀ ਭਜਾਈ ਫਿਰਦਾ। ਮਨ ਸਰੀਰ ਦਾ ਚਲਾਉਣ ਵਾਲਾ ਹੋਇਆ ਨਾ, ਮਨ ਵਿੱਚ ਜੋ ਖਿਆਲ ਪੈਦਾ ਹੁੰਦਾ ਸਰੀਰ ਉਧਰ ਨੂੰ ਚੱਲਦਾ। ਮਨ ਦੇ ਵਿੱਚ ਜੋ ਖਿਆਲ ਪੈਦਾ ਹੁੰਦਾ ਅੱਖਾਂ ਉਧਰ ਨੂੰ ਜਾਂਦੀਆਂ।
ਕੰਨ ਉਹ ਕੁਝ ਸੁਣਦੇ, ਰਸਨਾ ਉਹ ਕੁਝ ਬੋਲਦੇ, ਹੱਥ ਉਹ ਕੁਝ ਕਰਦੇ, ਪੈਰ ਉਧਰ ਨੂੰ ਤੁਰ ਪੈਂਦੇ। ਮਨ ਦੀ ਐਸੀ ਹਾਲਤ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਆਖਿਆ, ਮਨ ਨੂੰ ਜਿੱਤਣਾ ਹੀ ਜਗ ਨੂੰ ਜਿੱਤਣਾ ਹੈ। ਮਨ ਜੀਤਾ ਹੈ ਜਗ ਜੀਤ। ਜਿਨ੍ਹਾਂ ਲੋਕਾਂ ਨੇ ਜਗ ਜਿੱਤਣ ਦੀਆਂ ਗੱਲਾਂ ਕੀਤੀਆਂ, ਕਈਆਂ ਇਲਾਕਿਆਂ ਨੂੰ ਜਿੱਤ ਵੀ ਲਿਆ, ਪਰ ਮਨ ਦੇ ਅੱਗੇ ਉਹ ਵੀ ਹਾਰ ਗਏ। ਮਨ ਐਸਾ ਹੈ। ਰਾਜਾ ਭਰਥਰੀ ਜੀ, ਉਹ ਸਾਧ ਸੰਗਤ ਜੀ ਵਿਕਰਮਾਜੀਤ ਰਾਜੇ ਦੇ ਭਰਾ ਹੋਏ ਆ। ਰਾਜਾ ਭਰਥਰੀ ਤੇ ਰਾਜ ਭਾਗ ਸੀ। ਤਾਂ ਰਾਜ ਭਾਗ ਛੱਡ ਕੇ, ਲੰਮੀ ਚੌੜੀ ਗਾਥਾ ਹੈ, ਘਰ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਹੋਈ ਸੀ। ਜਿਸ ਰਾਣੀ ਦੇ ਨਾਲ ਰਾਜੇ ਦਾ ਬਹੁਤਾ ਪ੍ਰੇਮ ਹੈ, ਪਰ ਉਸ ਰਾਣੀ ਦਾ ਅੱਗੇ ਹੋਰ ਕਿਸੇ ਨਾਲ ਪ੍ਰੇਮ ਬਣਿਆ ਹੋਇਆ ਸੀ। ਉਥੋਂ ਮਨ ਉਪਰਾਮ ਹੋਇਆ ਰਾਜੇ ਭਰਥਰੀ ਦਾ। ਘਰ ਛੱਡ ਦਿੱਤਾ, ਰਾਜ ਭਾਗ ਛੱਡ ਦਿੱਤਾ ਤੇ ਗੋਰਖਨਾਥ ਦਾ ਚੇਲਾ ਬਣ ਗਿਆ। ਕੰਨ ਪੜਵਾ ਕੇ ਕੰਨਾਂ 'ਚ ਮੁੰਦਰਾਂ ਪਾ ਲਈਆਂ। ਰਾਜ ਭਾਗ ਛੱਡ ਕੇ ਹੱਥ ਵਿੱਚ ਠੂਠਾ ਫੜ ਕੇ ਮੰਗਣ ਲੱਗ ਪਿਆ। ਯੋਗਾ ਅਭਿਆਸ ਸਿੱਖਿਆ ਆਪਣੇ ਗੁਰੂ ਗੋਰਖਨਾਥ ਦੇ ਪਾਸੋਂ। ਜਪ ਤਪ ਕੀਤਾ, ਅਰਾਧਨਾ ਕੀਤੀ। ਮਨ ਦੀ ਐਸੀ ਹਾਲਤ। ਰਾਜ ਭਾਗ ਕਹਿੰਦੇ, ਜਿਸ ਦਿਨ ਰਾਜੇ ਭਰਥਰੀ ਨੇ ਆਪਣਾ ਰਾਜ ਭਾਗ ਛੱਡ ਕੇ ਤੇ ਗੋਰਖਨਾਥ ਦਾ ਚੇਲਾ ਬਣਿਆ ਨਾ, ਫੌਜਾਂ ਕਿੰਨੀਆਂ ਸੀ, ਹਾਥੀ ਘੋੜੇ ਕਿੰਨੇ ਸੀ, ਸੋਨਾ ਚਾਂਦੀ ਕਿੰਨਾ ਸੀ, ਰੁਪਈਏ ਕਿੰਨੇ ਸੀ, ਉਹ ਤਾਂ ਵੱਖਰੀ ਗੱਲ ਆ। ਕੱਲੇ ਹੀਰੇ ਹੀ ਕਹਿੰਦੇ ਉਹਨਾਂ ਦਿਨਾਂ ਵਿੱਚ 9 ਕਰੋੜ ਦੇ ਹੀਰੇ ਸੀਗੇ। 9 ਕਰੋੜ ਦੇ ਹੀਰੇ ਕੱਲੇ ਸੀ ਰਾਜੇ ਭਰਥਰੀ ਦੇ ਪਾਸ ਉਹਨਾਂ ਦਿਨਾਂ ਵਿੱਚ। 9 ਕਰੋੜ ਦੇ 1400-1500 ਸਾਲ ਪਹਿਲਾਂ। ਤੇ ਫਿਰ ਜੋਗੀ ਬਣਿਆ ਤੇ ਜੋਗੀ ਬਣ ਕਰਕੇ ਯੋਗਾ ਅਭਿਆਸ ਕਰਦਿਆਂ, ਅਰਾਧਨਾ ਕਰਦਿਆਂ ਜੋ ਫਿਰ ਅਨੁਭਵ ਹੋਇਆ ਤੇ ਫਿਰ ਭਰਥਰੀ ਨੇ ਗ੍ਰੰਥ ਲਿਖੇ। ਆਪਣੇ ਗ੍ਰੰਥ ਦੇ ਵਿੱਚ ਉਹਨੇ ਆਪਣੀ ਹਾਲਤ ਲਿਖੀ, ਮਨ ਦੀ ਹਾਲਤ ਲਿਖੀ। ਇੱਕ ਦਿਨ ਤੁਰੇ ਜਾ ਰਹੇ ਆ, ਪੂਰਨਮਾਸ਼ੀ ਦੀ ਰਾਤ ਹੈ। ਜੋਗੀ ਭਰਥਰੀ ਜੀ ਜਦੋਂ ਤੁਰੇ ਜਾ ਰਹੇ ਆ ਤੇ ਜੰਗਲ ਦੇ ਵਿੱਚ ਦੀ ਜਿੱਥੋਂ ਦੀ ਰਸਤਾ ਸੀ, ਡੰਡੀ ਜਾਂਦੀ ਹੈ, ਉਹ ਕਿਸੇ ਨੇ ਕੋਈ ਐਸੀ ਕਿਰਿਆ ਕੀਤੀ ਹੋਈ ਸੀ ਤੇ ਚੰਦਰਮਾ ਦੀਆਂ ਰਿਸ਼ਮਾਂ ਪੈ ਕਰਕੇ ਨਾ ਉਹ ਚਮਕ ਰਿਹਾ ਸੀ। ਤੇ ਰਾਜੇ ਭਰਥਰੀ ਨੇ ਖਿਆਲ ਕੀਤਾ ਵੀ ਕੋਈ ਹੀਰਾ ਪਿਆ, ਹੀਰਾ ਲੱਗਦਾ। ਜਦੋਂ ਚੁੱਕਣ ਲੱਗਾ ਤੇ ਹੱਥ ਲਿਬੜ ਗਿਆ। ਹੈ ਕੀ ਸੀ? ਕਿਸੇ ਨੇ ਪਾਣ ਚੱਬ ਕੇ ਥੁੱਕਿਆ ਹੋਇਆ ਸੀ। ਪਾਣ ਚੱਬ ਕੇ ਕਿਸੇ ਨੇ ਥੁੱਕਿਆ ਸੀ। ਚੰਦਰਮਾ ਦੀਆਂ ਕਿਰਨਾਂ ਰਿਸ਼ਮਾਂ ਪੈਣ ਕਰਕੇ ਉਹ ਚਮਕ ਰਿਹਾ ਸੀ। ਜਦੋਂ ਚੁੱਕਣ ਲੱਗਾ ਤੇ ਹੱਥ ਲਿਬੜ ਗਿਆ। ਫਿਰ ਆਪਣੇ ਮਨ ਨੂੰ ਲਾਹਣਤਾਂ ਪਾਈਆਂ ਵੀ ਮਣਾ, ਇੰਨਾ ਸੋਨਾ ਚਾਂਦੀ ਛੱਡ ਕੇ, ਰਾਜ ਭਾਗ ਛੱਡ ਕੇ, ਹੀਰੇ ਘਰੇ ਛੱਡ ਕੇ ਤੇ ਤੂੰ ਜੋਗੀ ਬਣਿਆ ਤੇ ਫਿਰ ਹੱਥ ਲਬੇੜ ਲਿਆ ਥੁੱਕ ਦੇ ਵਿੱਚ। ਕਹਿਣ ਤੋਂ ਭਾਵ ਇਹ ਵੀ ਮਨ ਦੀ ਐਸੀ ਹਾਲਤ। ਫਿਰ ਉਸ ਜੋਗੀ ਭਰਥਰੀ ਨੇ ਮਨ ਦੀ ਹਾਲਤ ਕਥਨ ਕਰਦਿਆਂ ਆਖਿਆ ਵੀ ਜਿਸ ਬੰਦੇ ਨੇ ਆਪਣਾ ਮਨ ਜਿੱਤ ਲਿਆ, ਉਹਨੇ ਜਾਣੋ ਸਾਰੇ ਰਾਜੇ ਜਿੱਤ ਲਏ। ਜਿਸ ਨੇ ਆਪਣਾ ਮਨ ਜਿੱਤ ਲਿਆ, ਉਹਨੇ ਜਾਣੋ ਸਾਰੇ ਦੁਸ਼ਮਣ ਜਿੱਤ ਲਏ। ਤੇ ਜਿਸ ਇਨਸਾਨ ਦਾ ਮਨ ਨਹੀਂ ਕਾਬੂ ਆਉਂਦਾ, ਜਿਸ ਨੇ ਆਪਣੇ ਮਨ ਨੂੰ ਨਹੀਂ ਮਾਰਿਆ, ਉਹਦੇ ਸਾਰੇ ਰਾਜੇ ਦੁਸ਼ਮਣ ਜਿਉਂਦੇ ਆ। ਉਹਦੇ ਸਾਰੇ ਦੁਸ਼ਮਣ ਹੀ ਜਿਉਂਦੇ। ਇਹ ਭਰਥਰੀ ਜੀ ਦਾ ਬਚਨ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ। ਜਿਸ ਨੇ ਮਨ ਰੂਪੀ ਦੁਸ਼ਮਣ ਜਿੱਤ ਲਿਆ, ਉਸਨੇ ਜਾਣੋ ਸਾਰੇ ਦੁਸ਼ਮਣ ਜਿੱਤ ਲਏ। ਜਿਸ ਨੇ ਮਨ ਰੂਪੀ ਦੁਸ਼ਮਣ ਨੂੰ ਮਾਰ ਲਿਆ, ਉਹਨੇ ਆਪਣੇ ਸਾਰੇ ਦੁਸ਼ਮਣ ਜਿੱਤ ਲਏ।
ਮਨ ਰਿਪ ਜੀਤਾ ਸਭ ਰਿਪ ਜੀਤੇ। ਤੇ ਜਿਹਦਾ ਮਨ ਰੂਪੀ ਦੁਸ਼ਮਣ ਜੇ ਆਉਂਦਾ ਹੈ, ਇਹ ਕਾਬੂ ਨਹੀਂ ਆਇਆ, ਉਹਦੇ ਜਾਣੋ ਹੋਰ ਵੀ ਅਨੇਕਾਂ ਦੁਸ਼ਮਣ ਹਨ। ਉਸ ਮਹਾਂਪੁਰਖ ਨੇ ਆਖਿਆ ਕਿ ਸਭ ਤੋਂ ਵੱਡਾ ਇਨਸਾਨ ਦਾ ਦੁਸ਼ਮਣ ਉਹਦਾ ਮਨ ਹੀ ਹੈ। ਜੋਗੀ ਭਰਤਰੀ ਜੀ ਨੇ ਇਹ ਭਰਤਰੀ ਦਾ ਮਿਲਾਪ ਬਾਬਾ ਜੀ ਦੇ ਨਾਲ ਵੀ ਹੋਇਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ ਜੋਗੀ ਭਰਤਰੀ ਨੇ, ਤੇ ਇਸ ਨੂੰ ਫਿਰ ਉਪਦੇਸ਼ ਦਿੱਤਾ ਮਹਾਰਾਜ ਸਾਹਿਬ ਜੀ ਨੇ ਕਰਤਾ ਪੁਰਖ ਨਾਲ ਜੁੜਨ ਦਾ। ਇਹਦਾ ਨਾਮ ਵੀ ਮਹਾਰਾਜ ਨੇ ਉਸ ਸ਼ਬਦ ਵਿੱਚ ਲਿਆ, ਗੁਰੂ ਕੀ ਬਾਣੀ ਵਿੱਚ ਅੰਕਿਤ ਹੈ। ਤੋ ਮਨ ਦੀ ਐਸੀ ਹਾਲਤ ਹੈ। ਤਾਂ ਇੱਥੇ ਬਹਾਦਰ ਸ਼ਾਹ ਦੀ ਆਪਾਂ ਗਾਥਾ ਪੜ੍ਹ ਰਹੇ ਹਾਂ। ਉਹ ਦਸ਼ਮੇਸ਼ ਪਾਤਸ਼ਾਹ ਦੇ ਪਾਸ ਬੈਠਾ ਹੋਇਆ ਹੈ, ਗੁਰੂ ਸਾਹਿਬ ਜੀ ਤੋਂ ਸੰਕੋਚਦਾ ਵੀ ਹੈ, ਪਰ ਮਨ ਜਿਹੜਾ ਉਹ ਮੋੜਿਆ ਮੁੜਦਾ ਨਹੀਂ ਹੈ। ਮਨ ਵਾਰ-ਵਾਰ ਉਧਰ ਨੂੰ ਜਾਂਦਾ ਹੈ, ਵਾਰ-ਵਾਰ ਇਹ ਵਕਾਰ ਦ੍ਰਿਸ਼ਟੀ ਦੇ ਨਾਲ ਤੱਕਦਾ ਹੈ। ਲਾਲਚ ਲੱਗਿਆ ਹੋਇਆ ਬਹਾਦਰ ਸ਼ਾਹ ਨੂੰ। ਉਹ ਭਾਈ ਜਵਾਹਰ ਸਿੰਘ ਜੀ ਦੀ ਨੌਜਵਾਨ ਪੁੱਤਰੀ ਦੇ ਤਰਫ ਵੇਖਣ ਦੇ ਵਾਸਤੇ ਇਹ ਬਹਾਦਰ ਸ਼ਾਹ ਜਿਹੜਾ ਹੈ ਉਧਰਲੇ ਪਾਸੇ ਦਾ ਇਹਦਾ ਲਾਲਚ ਬਣਿਆ ਹੋਇਆ, ਵਕਾਰ ਪੈਦਾ ਹੋ ਰਿਹਾ ਹੈ। ਅੰਦਰੋਂ ਮਨ ਵਾਰ-ਵਾਰ ਉਧਰ ਨੂੰ ਜਾਂਦਾ ਹੈ, ਅੱਖਾਂ ਉਧਰਲੇ ਪਾਸੇ ਨੂੰ ਜਾਂਦੀਆਂ ਵਾ, ਪਰ ਉਤੋਂ ਗੁਰੂ ਸਾਹਿਬ ਜੀ ਤੋਂ ਸੰਕੋਚਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਨਾਲ ਬਹੁਤ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਬਣਾ ਕੇ ਕਰਦਾ ਹੈ। ਦਸ਼ਮੇਸ਼ ਪਾਤਸ਼ਾਹ ਜੀ ਨੂੰ ਪੁੱਛਣ ਲੱਗਾ, ਕਹਿੰਦਾ ਵੀ ਮਹਾਰਾਜ ਸਾਡੇ ਮੁਸਲਮਾਨੀ ਮਤ ਦੇ ਵਿੱਚ ਮਹਾਰਾਜ ਸਾਡੇ ਮਤ ਵਿੱਚ ਦੱਸਿਆ ਜਾਂਦਾ ਵੀ ਜਿਹੜਾ ਚਿੱਤ ਦਾ ਹਿੱਤ ਲਾ ਕਰਕੇ ਕਲਮਾ ਪੜ੍ਹ ਲੈਂਦਾ ਹੈ ਕਿ ਉਹ ਕਲਮਾ ਪੜ੍ਹਨ ਵਾਲਾ ਦੋਜਕ ਵਿੱਚ ਨਹੀਂ ਕੋਈ ਵੀ ਪੈਂਦਾ। ਜਿਹੜਾ ਕਲਮਾ ਪੜ੍ਹ ਲਵੇ ਦਿਲ ਦੇ ਹਿੱਤ ਨਾਲ, ਚਿੱਤ ਦੇ ਹਿੱਤ ਨਾਲ, ਤੇ ਉਹਨੂੰ ਫਿਰ ਨਰਕਾਂ ਵਿੱਚ ਨਹੀਂ ਪੈਣਾ ਪੈਂਦਾ। ਮਹਾਰਾਜ ਸਾਡੇ ਇਸਲਾਮ ਮਤ ਵਿੱਚ ਕਿਹਾ ਜਾਂਦਾ ਹੈ ਕਿ ਕਲਮਾ ਪੜ੍ਹਨ ਵਾਲਾ ਇਸ ਵਿੱਚ ਜਾ ਕਰਕੇ ਸੁੱਖ ਭੋਗਦਾ, ਸਵਰਗ ਵਿੱਚ ਜਾ ਕਰਕੇ ਸੁੱਖ ਭੋਗਦਾ ਹੈ। ਬਹਾਦਰ ਸ਼ਾਹ ਦੀ ਇਹ ਗੱਲ ਸੁਣ ਕਰਕੇ ਦਸ਼ਮੇਸ਼ ਪਾਤਸ਼ਾਹ ਕਹਿਣ ਲੱਗੇ, ਬਹਾਦਰ ਸ਼ਾਹ ਇਸ ਤਰ੍ਹਾਂ ਨਹੀਂ ਬਣ ਆਉਂਦਾ, ਕੱਲੇ ਕਲਮਾ ਪੜ੍ਹਨ ਨਾਲ ਸਵਰਗ ਵਿੱਚ ਨਹੀਂ ਜਾਈਦਾ, ਕਲਮਾ ਪੜ੍ਹਨ ਦੇ ਨਾਲ ਨਾਲ ਹੋਰ ਵੀ ਕੁਝ ਕਰਨਾ ਪੈਂਦਾ। ਕਿ ਕਲਮਾ ਪੜ੍ਹਨ ਦੇ ਨਾਲ ਨਾਲ ਜੋ ਗੱਲ ਕਲਮਾ ਕਹਿੰਦਾ ਉਹ ਵੀ ਕਰਨੀ ਪੈਂਦੀ ਆ। ਏਕਾ ਸਾਧ ਸੰਗਤ ਜੀ ਗੁਰਬਾਣੀ ਪੜ੍ਹਨੀ ਅਤ ਜ਼ਰੂਰੀ ਆ। ਮਹਾਰਾਜ ਸਾਹਿਬ ਦਾ ਹੁਕਮ ਆ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਕਿਉਂਕਿ ਆਰੰਭਤਾ ਤੇ ਪੜ੍ਹਨ ਤੋਂ ਹੀ ਹੋਣੀ ਆ ਨਾ, ਪੜ੍ਹਨ ਤੋਂ ਤੇ ਸੁਣਨ ਤੋਂ। ਪਹਿਲਾਂ ਗੁਰੂ ਕੀ ਬਾਣੀ ਪੜ੍ਹਨੀ ਆ, ਸੁਣਨੀ ਆ, ਪਰ ਪੜ੍ਹਨ ਦੇ ਨਾਲ ਨਾਲ ਗੁਰਬਾਣੀ ਕਹਿੰਦੀ ਕੀ ਆ ਉਹ ਵੀ ਕਰਨਾ ਪੈਣਾ। ਜੋ ਗੁਰਬਾਣੀ ਕਹਿੰਦੀ ਆ ਵੀ ਆ ਗੁਣ ਗ੍ਰਹਿਣ ਕਰ, ਆ ਗੁਣ ਛੱਡ, ਉਹ ਗ੍ਰਹਿਣ ਵੀ ਕਰਨੇ ਪੈਣੇ ਤੇ ਛੱਡਣੇ ਵੀ ਪੈਣੇ। ਇਸੇ ਤਰ੍ਹਾਂ ਗਰੀਬ ਨਵਾਜ ਕਹਿੰਦੇ ਕੱਲਾ ਕਲਮਾ ਪੜ੍ਹਨ ਦੇ ਨਾਲ ਸਵਰਗ ਨੂੰ ਨਹੀਂ ਜਾਈਦਾ। ਬਹਾਦਰ ਸ਼ਾਹ ਕਲਮਾ ਪੜ੍ਹਨ ਦੇ ਨਾਲ ਇਸ ਤਰ੍ਹਾਂ ਨਹੀਂ ਗੱਲ ਬਣਦੀ, ਕਿਸ਼ਤ ਵਿੱਚ ਨਹੀਂ ਜਾਈਦਾ ਹੈ। ਜਿਹੋ ਜਿਹਾ ਜੀਵ ਕਰਮ ਕਰਦਾ ਉਹੋ ਜਿਹਾ ਉਹਨੂੰ ਪਾਉਣਾ ਪੈਂਦਾ। ਇਹ ਨਹੀਂ ਵੀ ਕਲਮਾ ਪੜ੍ਹ ਲਵੇਗਾ ਤੇ ਉਹਦਾ ਕਰਮ ਹੀ ਜਿਹੜਾ ਵਾ ਉਹਨੂੰ ਨਹੀਂ ਭੋਗਣਾ ਪਵੇਗਾ। ਜਿਸ ਤਰ੍ਹਾਂ ਦਾ ਇਨਸਾਨ ਕਰਮ ਕਰਦਾ ਉਹਦਾ ਫਲ ਉਹਨੂੰ ਭੋਗਣਾ ਹੀ ਪੈਣਾ ਹੈ। ਬਹਾਦਰ ਸ਼ਾਹ ਜੇ ਕੋਈ ਕਲਮਾ ਪੜ੍ਹਦਾ ਹੈ ਪਰ ਕੰਮ ਖੋਟੇ ਕਰਦਾ, ਹੁਣ ਮਹਾਰਾਜ ਜਾਣਦੇ ਆ ਵੀ ਬੈਠਾ ਤੇ ਸਾਡੀ ਹਜ਼ੂਰੀ ਵਿੱਚ ਆ, ਤੇ ਅੰਦਰੋਂ ਜਿਹੜਾ ਮਨ ਵਾ ਇਹ ਸਾਡੇ ਸਿੱਖ ਦੀ ਧੀ ਉੱਤੇ ਇਹਨੇ ਅੱਖਾਂ ਲਾਈਆਂ ਹੋਈਆਂ। ਇਹਦਾ ਮਨ ਤਾਂ ਉਧਰ ਨੂੰ ਜਾ ਰਿਹਾ ਤੇ ਗੱਲਾਂ ਸਾਡੇ ਨਾਲ ਕਰਦਾ। ਹੁਣ ਅੰਤਰਜਾਮੀ ਤੋਂ ਕੀ ਲੁਕਾਇਆ ਜਾ ਸਕਦਾ? ਇਹ ਇਕੱਲੀ ਬਹਾਦਰ ਸ਼ਾਹ ਦੀ ਗੱਲ ਨਹੀਂ, ਇਹ ਸਾਡੀ ਸੰਸਾਰੀ ਜੀਵਾਂ ਸਾਰਿਆਂ ਦੀ ਗੱਲ ਆ। ਮਹਾਰਾਜ ਜਾਣਦੇ, ਕਹਿੰਦੇ ਭਾਈ
कि जे इस तरह की हालत है कि कलमा पढ़े ते काम खोटे करे ते फिर स्वर्ग नूं नहीं जा सकता, फिर भिस्त नूं नहीं जा सकता। बहादुर शाह कलमा पढ़न दे नाल जे काम खोटे करे ते वो संकटां तो दुखां तो नरकां तो छुटकारा नहीं उसका हो सकता, उन्होंने नरकां विच जाना ही पवेगा खोटे काम करन वाले नूं। जेड़ा खोटे कर्म करदा ना उस नूं अनेक प्रकार दे कष्ट भोगने पैणगे, नरकां दा संकट भोगना पवेगा, नरकां दा दुख झलना पवेगा। तां उस नूं कलमा बचाउंदा नहीं उस मौके ते, भावें जिन्ना मर्जी कलमा पढ़ी जावे, जे इन्ने काम खोटे कीते काम माड़े कीते आ ते फिर नरकां विच जरूर जाना पवेगा। क्योंकि ये मुसलमानी मत विचों कलमा पढ़ते हैं, हरेक धर्म का अपने अपनी धार्मिक कलाम, हरेक धर्म की बाणी अपनी अपनी, ते वो बाणी पढ़न दे नाल नाल काम भी तो चंगे करने पैने आ ना। ये तो नहीं भी कल्ली बाणी पढ़न दे नाल काम बंदा माड़े करी जाए, चोरी जारी ठगी बेईमानी करी जावे, कुकर्म करे अवगण पाप करी जावे ते उहदा छुटकारा हो जाएगा, नहीं। गुरबाणी पढ़न दे नाल नाल माड़े कर्म छड्ड के चंगे कर्म भी करने पैने। गरीब नवाज साहब जी कहते बहादुर शाह नरकां तो बच नहीं सकता है, कलमा बचा नहीं सकता है। बहादुर शाह कहन लगा महाराज साडे मत विच तां इसे तरह कहंदे हन। महाराज कहंदे आ भी जिहड़ा कलमा पढ़दा है ते कलमा उसनूं नरकां तो बचा लैंदा है, कलमा पढ़न वाले दा उद्धार हो जाता है। महाराज साडे मत विच तां इसे तरह ही आख्या है, पता नहीं हुण झूठ आख्या कि सच आख्या है। महाराज असी मन विच किवें पता जाणीए, पर साडे मत विच इह गल कही जाती है कि कलमा पढ़न वाला भिस्त नूं जांदा वा, उहनूं दोजक विच नहीं पैना पैंदा। आपां आम नरक ते स्वर्ग कहिंदे हां, सनातन मत विच भी नरक ते स्वर्ग कहा जाता है, पर इस्लाम दे विच नरक नूं दोजक कहा जाता है ते स्वर्ग नूं भिस्त कहा जाता है। बहादुर शाह कहता है कि महाराज ये साडे गल मत विच ये गल कही जाती है, किवें असीं पता लईए मन विच इस गल नूं जाणीए। जिन्ना चिर जान ना लईए महाराज प्रतीत नहीं आ सकती, भरोसा नहीं आ सकता। महाराज मेरे मन विच तां ये गल पाउंदी है कि ये साडे जो धर्म विच साडे मजहब विच ये गल लिखी हुई है सच ही है। असीं तां इसनूं सच ही मनदे हां कि कलमा पढ़न वाला उहदा उद्धार हो जाता है ते ओह भिस्त नूं जांदा है, उहनूं दोजक विच नहीं पैना पैंदा। कलगीधर पातशाह जी ने इस तरह बचन करदिआं होइआं बहादुर शाह नूं समझाउंदिआं होइआं उसे मौके ते अपने खजानची नूं आवाज़ मारी है। तां महाराज साहब जी ने खजानची नूं पास बुला करके बचन कीता। महाराज कहन लगे भी 1 रुपया वा अपने खजाने विच, सिंघा खजानची सिंघा अपने खजाने दे विच 1 रुपया पिया होया है। ਉਹ ਜਿਹੜਾ रुपया वा ना ਉਹਦੇ ਉੱਤੇ ਸੰਨ भी छपिया होया वा, हिजरी संन, ते ਉਹਦੇ ते कलमा भी लिखिया होया वा, पुराना रुपया। खजाने विच उस मौके ते ਜਿਹੜੇ ਚੱਲਦਾ खजाना ਉਹ भी ते कई वारी पुराने भी नोट रखे जाते ना, बीत चुके समय दे भी सिक्के, वो बीते समय का सिक्का सी, बीते समय का रुपया सी, ते ਉਹਦੇ ਉੱਤੇ कलमा लिखिया होया सी, नाले संन पिया होया सी। महाराज कहन लगे भी जिहदे उत्ते संन भी छपिया होया ते कलमा भी लिखिया होया है। ये सिंघा उस
ਕਲਮੇ ਲਿਖੇ ਵਾਲੇ ਰੁਪਈਏ ਨੂੰ ਆਪਣੇ ਹੱਥ ਵਿੱਚ ਲੈ ਕਰਕੇ ਤੇ ਬਾਜ਼ਾਰ ਵਿੱਚ ਜਾਓ ਤੇ ਬਾਜ਼ਾਰ ਵਿੱਚ ਜਾ ਕਰਕੇ ਉਹਦੇ ਟਕੇ ਲੈ ਕੇ ਆਓ, ਭਾਵ ਉਹਦੀ ਭਾਣ ਕਰਾ ਕੇ ਲਿਆਓ। ਅੱਜ ਦੀ ਬੋਲੀ 'ਚ ਆਪਾਂ ਕਹਿ ਸਕਦੇ ਵੀ ਉਹਨੂੰ ਤੁੜਾ ਕੇ ਲਿਆਓ, ਤੁੜਵਾ ਕੇ ਉਹਦੇ ਟਕੇ ਕਰਵਾ ਕੇ ਉਹਦਾ ਭਾਣ ਕਰਵਾ ਕੇ ਲਿਆਓ ਉਸ ਰੁਪਈਏ ਦੀ। ਤੇ ਬਹਾਦਰ ਸ਼ਾਹ ਸਾਡੇ ਕੋਲੇ ਹੀ ਬੈਠਾ ਹੋਇਆ ਵਾ ਤੇ ਸਿੰਘਾ ਖਜ਼ਾਨਚੀ ਸਿੰਘਾ ਛੇਤੀ ਜਾਓ, ਇਹ ਕਲਮੇ ਵਾਲਾ ਜਿਹੜਾ ਰੁਪਈਆ ਹੈ ਇਹਨੂੰ ਲੈ ਜਾਓ ਤੇ ਇਹਨੂੰ ਤੁੜਾ ਕੇ ਤੇ ਟਕੇ ਲੈ ਕੇ ਆਓ ਬਾਜ਼ਾਰ ਵਿੱਚੋਂ ਤੇ ਛੇਤੀ ਨਾਲ ਸਾਡੇ ਪਾਸ ਸਾਡੀ ਹਜ਼ੂਰੀ ਵਿੱਚ ਲੈ ਕੇ ਆ ਜਾਓ। ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਆਗਿਆ ਦੇ ਨਾਲ ਮਹਾਰਾਜ ਦਾ ਖਜ਼ਾਨਚੀ ਸਿੰਘ ਗਿਆ ਹੈ, ਬਾਜ਼ਾਰ ਵਿੱਚ ਚਲੇ ਗਿਆ ਹੈ ਤੇ ਉੱਥੇ ਜਾ ਕਰਕੇ ਉਹ ਰੁਪਈਆ ਦਿੱਤਾ ਹੈ। ਆਖਿਆ ਜੀ ਇਸ ਰੁਪਈਏ ਦੇ ਜਿੰਨੇ ਟਕੇ ਬਣਦੇ ਆ ਨਾ ਉਹ ਗਿਣ ਕਰਕੇ ਮੈਨੂੰ ਦੇ ਦਿਓ, ਜਿੰਨਾ ਇਹਦਾ ਭਾਅ ਹੈ, ਜਿੰਨਾ ਇਹਦੀ ਕੀਮਤ ਹੈ ਇਸ ਰੁਪਈਏ ਦੀ, ਜਿੰਨੇ ਇਹਦੇ ਟਕੇ ਮਿਲ ਸਕਦੇ ਆ, ਜਿੰਨੇ 'ਚ ਵਿਕੇਗਾ ਇਹਨੂੰ ਲੈ ਲਓ ਤੁਸੀਂ ਤੇ ਇਹਦੇ ਟਕੇ ਜਿੰਨੇ ਬਣਦੇ ਉਹ ਮੈਨੂੰ ਦੇ ਦਿਓ। ਜਿਹੜਾ ਸਰਾਪ ਸੀ ਨਾ ਵੇਖਣ ਵਾਲਾ ਪਰਖਣ ਵਾਲਾ, ਉਹਨੇ ਵੇਖ ਕਰਕੇ ਤੇ ਵਗਾ ਕੇ ਮਾਰਿਆ ਉਹ ਟਕਾ ਜਿਹਦੇ ਤੇ ਕਲਮਾ ਲਿਖਿਆ ਹੋਇਆ ਸੀ, ਵਗਾ ਕੇ ਮਾਰਿਆ, ਦੂਰ ਸੁੱਟ ਦਿੱਤਾ। ਉਹਨੇ ਆਖਿਆ ਵੇਚਣ ਵਾਲਿਆ ਇਹ ਖੋਟਾ, ਇਹ ਬੀਤ ਚੁੱਕੇ ਸਮੇਂ ਦਾ, ਇਹ ਖੋਟਾ ਵਾ, ਇਸ ਕਰਕੇ ਇਹ ਨਹੀਂ ਚੱਲ ਸਕਦਾ ਸਾਡੇ ਕੋਲੇ। ਤੇ ਮਹਾਰਾਜ ਦਾ ਬਚਨ ਸੀ ਵੀ ਬਾਜ਼ਾਰ ਵਿੱਚ ਤੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦਾ ਬਚਨ ਮੰਨ ਕੇ ਉਹ ਖਜ਼ਾਨਚੀ ਸਿੰਘ ਉਹਨੇ ਚੁੱਕ ਲਿਆ। ਫਿਰ ਉਹ ਰੁਪਈਆ ਦੂਸਰੀ ਦੁਕਾਨ ਤੇ ਗਿਆ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਉਹਨਾਂ ਕਿਹਾ ਇਹ ਖੋਟਾ, ਇਹ ਨਹੀਂ ਚੱਲਣਾ, ਵੇਖੋ ਇਹਦਾ ਤੇ ਲੰਘ ਚੁੱਕਾ ਵਾ ਸਮਾਂ। ਤੀਜੀ ਤੇ ਗਿਆ, ਉਹਨਾਂ ਵੀ ਆਖਿਆ ਇਹ ਖੋਟਾ। ਚੌਥੀ ਤੇ ਗਿਆ, ਪੰਜਵੀਂ ਤੇ ਗਿਆ, ਇਸ ਤਰ੍ਹਾਂ 4-5 ਦੁਕਾਨਾਂ ਤੇ ਫਿਰਿਆ ਸਿੰਘ। ਕਿਸੇ ਵੀ ਸਰਾਫ ਨੇ ਪਰਖਣ ਵਾਲੇ ਨੇ ਹੱਥ ਵਿੱਚ ਨਹੀਂ ਰੱਖਿਆ। ਉਹਨਾਂ ਸਾਰਿਆਂ ਨੇ ਇਹ ਗੱਲ ਆਖੀ ਵੀ ਇਹ ਖੋਟਾ ਹੈ ਤੇ ਵਾਪਸ ਮੁੜ ਆਇਆ ਸਿੰਘ ਤੇ ਆ ਕੇ ਦਸ਼ਮੇਸ਼ ਪਾਤਸ਼ਾਹ ਦੀ ਹਜ਼ੂਰੀ ਵਿੱਚ ਤੇ ਬੇਨਤੀ ਕਰਕੇ ਸੁਣਾਈ। ਮਹਾਰਾਜ ਬਾਜ਼ਾਰ ਵਿੱਚ ਕੋਈ ਸਰਾਫ ਇਸ ਰੁਪਈਏ ਨੂੰ ਨਹੀਂ ਲੈਂਦਾ, ਕਿਸੇ ਨੇ ਇਹ ਰੁਪਈਆ ਨਹੀਂ ਲਿਆ ਹੈ। ਮਹਾਰਾਜ ਵੇਖ ਕੇ ਉਸੇ ਵੇਲੇ ਕਹਿ ਦਿੰਦੇ ਆ ਵੀ ਇਹ ਤਾਂ ਖੋਟਾ ਹੈ, ਇਹਦਾ ਕੋਈ ਟਕਾ ਨਹੀਂ ਮਿਲਣਾ ਤੈਨੂੰ। ਮਹਾਰਾਜ ਜਿਹਨੂੰ ਪਹਿਲਾਂ ਜਾ ਕੇ ਮੈਂ ਫੜਾਇਆ ਉਹ ਤਾਂ ਬਹੁਤਾ ਗੁੱਸੇ ਵਿੱਚ ਆ ਗਿਆ ਸੀ। ਉਹਨੇ ਗੁੱਸੇ ਵਿੱਚ ਆ ਕੇ ਵਗਾ ਕੇ ਮਾਰਿਆ। ਉਹਨੇ ਕਿਹਾ ਖੋਟਾ ਜਿਹਾ ਰੁਪਈਆ ਲੈ ਕੇ ਮੇਰੇ ਕੋਲੇ ਆ ਗਿਆ, ਇਹ ਖੋਟੇ ਰੁਪਈਏ ਦੇ ਕਿਹੜੇ ਟਕੇ ਮਿਲਨੇ ਤੈਨੂੰ। ਮਹਾਰਾਜ ਉਹ ਗੁੱਸੇ ਵਿੱਚ ਆ ਕਰਕੇ ਬਹੁਤ ਕਬੂਲ ਵੀ ਉਹਨੇ ਬੋਲੇ ਤੇ ਨਾਲੇ ਸੁੱਟ ਦਿੱਤਾ। ਮਹਾਰਾਜ ਇਸ ਰੁਪਈਏ ਦੇ ਟਕੇ ਦੇਣੇ ਤਾਂ ਕਿਤੇ ਦੂਰ ਰਹਿ ਗਏ। ਹਾਂਜੀ, ਸਗੋਂ ਝਿੜਕਾਂ ਮਾਰ ਕੇ ਮਹਾਰਾਜ ਖੋਟੇ ਬੋਲ ਬੋਲਦੇ ਆ ਸਰਾਪ ਤੇ ਹਟਾ ਦਿੰਦੇ ਆਪਣੇ ਦੁਕਾਨ ਤੇ, ਕਹਿੰਦੇ ਚਲੇ ਜਾ, ਖੋਟਾ ਰੁਪਈਆ ਲਈ ਫਿਰਦਾ ਹੈ। ਇਹ ਮਹਾਰਾਜ ਸਾਹਿਬ ਜੀ ਨੇ ਸਾਰੀ ਗੱਲਬਾਤ ਖਜ਼ਾਨਚੀ ਸਿੰਘ ਤੋਂ ਸੁਣ ਕਰਕੇ ਤੇ ਉਹ ਕਲਮੇ ਵਾਲਾ ਰੁਪਈਆ ਜਿਹੜਾ ਸੀ ਆਪਣੇ ਹੱਥ ਵਿੱਚ ਲੈ ਲਿਆ ਤੇ ਮਹਾਰਾਜ ਆਪਣੇ ਹੱਥ ਵਿੱਚ ਉਹ ਰੁਪਈਆ ਲੈ ਕੇ ਤੇ ਬੋਲੇ, ਕਹਿਣ ਲੱਗੇ ਦਿੱਲੀ ਦੇ ਮਾਲਕਾ, ਉਹ ਬਹਾਦਰ ਸ਼ਾਹ ਸੁਣ। ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਤੁਹਾਡੇ ਮੱਤ ਦੇ ਵਿੱਚ, ਜਿਨ੍ਹਾਂ ਦੇ ਤੁਹਾਡੇ ਇਸਲਾਮ ਵਾਲਿਆਂ ਦੇ ਮੱਤ ਵਿੱਚ ਕਲਮਾ ਪੜ੍ਹਨ ਦੇ ਨਾਲ ਭਿਸਤ ਮਿਲਦਾ ਹੈ, ਸਵਰਗ ਮਿਲਦਾ ਹੈ, ਤੇ ਤੁਹਾਡਾ ਹੀ ਰਾਜ ਹੈ ਤੇ ਤਿੰਨਾਂ ਦਾ ਰਾਜ ਕਿਧਰੇ ਟੁੱਟਾ ਨਹੀਂ ਹੈ, ਭਾਵ ਕਾਇਮ ਹੈ ਰਾਜ, ਸ਼ਿਕਸਤ ਨਹੀਂ ਹੈ ਤੁਹਾਡੇ ਰਾਜ ਦੇ ਵਿੱਚ, ਭਾਵ ਕਿ ਤੁਹਾਡਾ ਹੀ ਰਾਜ ਹੈ, ਹੁਣ ਤੁਹਾਡਾ ਹੀ ਬਾਜ਼ਾਰ ਹੈ ਤੇ ਤੁਹਾਡਾ ਹੀ ਇਹ ਜਿਹੜਾ ਕਲਮਾ ਤੁਸੀਂ ਕਹਿੰਦੇ ਹੋ ਵੀ ਕਲਮਾ ਪੜ੍ਹਨ ਦੇ ਨਾਲ ਭਿਸਤ ਮਿਲਦਾ ਹੈ, ਤੇ ਇਸ ਮੌਕੇ ਤੇ ਤੁਹਾਡਾ ਹੀ ਰਾਜ ਹੈ ਸਾਰੇ ਪਾਸੇ।
ਤੇ ਤੁਹਾਡੇ ਰਾਜ ਵਿੱਚ, ਤੁਹਾਡੇ ਬਾਜ਼ਾਰ ਵਿੱਚ ਆ ਕਲਮੇ ਵਾਲਾ ਜਿਹੜਾ ਰੁਪਈਆ ਇਹ ਚੱਲਿਆ ਨਹੀਂ। ਸਰਾਪਾਂ ਨੇ ਕਹਿ ਦਿੱਤਾ ਇਹ ਖੋਟਾ ਰੁਪਈਆ, ਇੱਥੇ ਨਹੀਂ ਚੱਲਿਆ, ਕਲਮਾ ਉੱਤੇ ਲਿਖਿਆ ਹੋਇਆ ਇਹਦੇ। ਹਾਲੇ ਕਿ ਰਾਜ ਵੀ ਤੇਰਾ ਹੀ ਆ, ਤੇਰਾ ਰਾਜ ਤੇਰੇ ਬਾਜ਼ਾਰ ਵਿੱਚ, ਤੇ ਕਲਮੇ ਵਾਲਾ ਜਿਹੜਾ ਰੁਪਈਆ ਉਹ ਚੱਲਿਆ ਨਹੀਂ। ਉਹਨਾਂ ਨੇ ਸੁੱਟ ਦਿੱਤਾ, ਉਹਨਾਂ ਕਹਿ ਦਿੱਤਾ ਵੀ ਇਹ ਖੋਟਾ ਹੈ। ਵੇਖ, ਨਿਰਣਾ ਕਰਕੇ ਵੇਖ ਲਾ, ਤੇਰਾ ਰਾਜ ਆ ਤੇ ਤੇਰਾ ਬਾਜ਼ਾਰ ਤੇਰੇ ਨੇੜੇ ਹੀ ਆ, ਆਪਣੇ ਬਾਜ਼ਾਰ ਵਿੱਚ ਆ ਕਲਮੇ ਵਾਲਾ ਰੁਪਈਆ ਚਲਾ ਕੇ ਵੇਖ ਲਾ। ਵੇਖ, ਬਾਜ਼ਾਰ ਵਾਲਿਆਂ ਨੇ, ਸਰਾਫਾਂ ਨੇ, ਕਿਸੇ ਨੇ ਵਿਚਾਰ ਨਹੀਂ ਕੀਤੀ ਵੀ ਇਹਦੇ ਉੱਤੇ ਕਲਮਾ ਲਿਖਿਆ ਹੋਇਆ ਹੈ। ਉਹਨਾਂ ਵੇਖਿਆ ਵੀ ਇਹਦੇ ਅੰਦਰ ਖੋਟ ਹੈ, ਸਾਰਿਆਂ ਨੇ ਇਹਦਾ ਖੋਟਾਪਣ ਵੇਖਿਆ, ਇਹਦਾ ਉੱਪਰਲਾ ਕਲਮਾ ਨਹੀਂ ਵੇਖਿਆ। ਇਸ ਕਰਕੇ ਇਹ ਬਹਾਦਰ ਸ਼ਾਹ ਵੇਖ, ਤੇਰੇ ਰਾਜ ਵਿੱਚ, ਤੇਰੇ ਬਾਜ਼ਾਰ ਵਿੱਚ ਇਹ ਰੁਪਈਆ ਕਿਸੇ ਨੇ ਨਹੀਂ ਅੰਗੀਕਾਰ ਕੀਤਾ। ਬਸ ਜਦੋਂ ਵੇਖਦੇ ਆ ਵੀ ਇਹ ਖੋਟਾ ਰੁਪਈਆ, ਉਸੇ ਵੇਲੇ ਸੁੱਟ ਦਿੰਦੇ ਆ, ਇਹਦੇ ਟਕੇ ਕਿਸੇ ਨੇ ਨਹੀਂ ਦਿੱਤੇ। ਜਿੱਥੇ ਤੁਹਾਡਾ ਤੁਰਕਾਂ ਦਾ, ਮੁਸਲਮਾਨਾਂ ਦਾ ਰਾਜ ਤਪ ਹੈ, ਤੇ ਤੁਹਾਡੇ ਰਾਜ ਦੇ ਵਿੱਚ, ਤੁਹਾਡੇ ਬਾਜ਼ਾਰ ਦੇ ਵਿੱਚ, ਉੱਥੇ ਹੀ ਇਹ ਕਲਮਾ ਨਹੀਂ ਰੱਖਿਆ ਕਰਦਾ ਹੈ। ਤੇ ਜਿੱਥੇ ਪਰਲੋਕ ਵਿੱਚ ਤੇ ਨਿਆਂ ਹੀ ਹੋਰ ਕਿਸੇ ਦਾ, ਇੱਥੇ ਤੇ ਰਾਜ ਤੁਹਾਡਾ, ਇੱਥੇ ਨਹੀਂ ਇਹ ਕਲਮਾ ਜਿਹੜਾ ਵਾ ਇਹ ਨਹੀਂ ਚੱਲਿਆ ਬਾਜ਼ਾਰ ਦੇ ਵਿੱਚ। ਤੇ ਜਿਸ ਥਾਂ ਦੇ ਉੱਤੇ ਦਰਗਾਹ ਦੇ ਵਿੱਚ ਨਿਆਂ ਹੀ ਹੋਰ ਦਾ ਹੈ, ਜਿੱਥੇ ਖੁਦਾ ਦਾ ਨਿਆਂ, ਜਿੱਥੇ ਅਕਾਲ ਪੁਰਖ ਵਾਹਿਗੁਰੂ ਨਿਆਂ ਕਰਦਾ ਹੈ, ਜਿਸ ਥਾਂ ਤੇ ਹੋਰ ਕਿਸੇ ਦਾ ਨਿਆਂ ਹੈ, ਹੋਰ ਕਿਸੇ ਦੇ ਫੈਸਲੇ ਹਨ ਸੁਣਾਏ ਜਾਂਦੇ, ਉੱਥੇ ਸੁਣਾਉਣ ਵਾਲਾ ਉਹ ਵਾਹਿਗੁਰੂ ਆਪ ਹੈ। ਜਿੱਥੇ ਭਲੇ ਬੁਰੇ ਦਾ ਨਿਰਣਾ ਕੀਤਾ ਜਾਂਦਾ ਹੈ, ਇਹ ਬਹਾਦਰ ਸ਼ਾਹ ਉੱਥੇ ਇਹ ਕਲਮਾ ਕਿਵੇਂ ਸਹਾਇਤਾ ਕਰ ਸਕਦਾ ਹੈ। ਇਸ ਕਰਕੇ ਜਿਹੜਾ ਮਨੁੱਖ ਖੋਟੇ ਕੰਮ ਕਰਦਾ ਹੈ, ਬਹਾਦਰ ਸ਼ਾਹ ਭਾਵੇਂ ਕਿੰਨਾ ਮਰਜ਼ੀ ਉਹ ਕਲਮਾ ਪੜ੍ਹਦਾ ਹੋਵੇ, ਉਹਦਾ ਕਲਮਾ ਨਹੀਂ ਉੱਥੇ ਚੱਲਦਾ। ਕਲਮਾ ਪੜ੍ਹਨ ਦੇ ਨਾਲ ਕੰਮ ਵੀ ਚੰਗੇ ਕਰਨੇ ਪੈਣੇ ਆ। ਜੇ ਖੋਟਾ ਬਾਣਾ ਤੇ ਕਲਮੇ ਪੜ੍ਹਨ ਵਾਲੇ ਨੂੰ, ਜਿੱਥੇ ਉਹ ਨਿਆਂ ਕਰਨ ਵਾਲਾ ਨਾ ਮਾਲਕ, ਤੇ ਉਹ ਫਿਰ ਦੋਜ਼ਖ ਨੂੰ ਤੋੜ ਦਿੰਦਾ, ਨਰਕਾਂ ਨੂੰ ਪਹੁੰਚਾ ਦਿੰਦਾ। ਦੇ ਖੋਟੇ ਕੋ, ਉਹ ਖੋਟੇ ਨੂੰ ਭਿਸਤ ਵਿੱਚ ਨਹੀਂ ਪਹੁੰਚਾਉਂਦਾ, ਉਹ ਦੋਜ਼ਖ ਦੇ ਵਿੱਚ ਪਹੁੰਚਾ ਦਿੰਦਾ ਹੈ। ਜਿਸ ਥਾਂ ਉੱਤੇ ਪਰਮੇਸ਼ਰ ਵਾਹਿਗੁਰੂ ਜੀ ਦੀ ਦਰਗਾਹ ਹੈ, ਉੱਥੇ ਤੇ ਜਥਾ ਜੋਗ ਵੇਖਿਆ ਜਾਂਦਾ ਵਾ, ਉੱਥੇ ਯਥਾਰਥ ਵੇਖਿਆ ਜਾਂਦਾ। ਜਿਹੋ ਜਿਹਾ ਕੋਈ ਹੈ ਉਹੋ ਜਿਹਾ ਫੈਸਲਾ ਸੁਣਾਇਆ ਜਾਂਦਾ। ਉੱਥੇ ਪੱਖ ਪੂਰਤੀ ਨਹੀਂ ਹੁੰਦੀ ਉੱਥੇ, ਕਿਉਂਕਿ ਪਰਮੇਸ਼ਰ ਵਾਹਿਗੁਰੂ ਜੀ ਫੈਸਲੇ ਆਪ ਕਰਦਾ। ਉੱਥੇ ਸੱਚੇ ਨੂੰ ਸੱਚਾ ਆਖਿਆ ਜਾਂਦਾ, ਝੂਠੇ ਨੂੰ ਝੂਠਾ ਆਖਿਆ ਜਾਂਦਾ। ਸੱਚੇ ਨੂੰ ਸੱਚਾ ਕਿਹਾ ਜਾਂਦਾ, ਖੋਟੇ ਨੂੰ ਖੋਟਾ ਕਿਹਾ ਜਾਂਦਾ ਹੈ। ਇਹ ਬਹਾਦਰ ਸ਼ਾਹ ਮਨੁੱਖਾ ਸਰੀਰ ਧਾਰਨ ਕਰਕੇ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਸ ਥਾਂ ਦੇ ਉੱਤੇ ਉਹ ਸ਼ੁਭ ਤੇ ਅਸ਼ੁਭ, ਚੰਗੇ ਤੇ ਮਾੜੇ ਇਹਦੇ ਕਰਮ ਪ੍ਰਗਟ ਹੋ ਜਾਂਦੇ ਆ। ਇੱਥੇ ਜਿੰਨੇ ਮਰਜ਼ੀ ਇਹ ਪਰਦੇ ਪਾ ਲਵੇ, ਉੱਥੇ ਪਰਦੇ ਕੋਈ ਨਹੀਂ ਪੈਂਦੇ। ਇੱਥੇ ਜਿੰਨੇ ਮਰਜ਼ੀ ਲੁਕ ਛਿਪ ਕੇ ਕਰਮ ਕਰੇ, ਬਾਹਰੋਂ ਵਿਖਾਵਾ ਹੋਰ ਕਰੇ, ਅੰਦਰ ਕਰਮ ਹੋਰ ਕਰੇ, ਅੰਦਰੋਂ ਬਾਹਰੋਂ ਇਹਦਾ ਇਹ ਪਰਦਾ ਬਣਿਆ ਹੋਵੇ, ਪਰ ਉੱਥੇ ਜਿਹੋ ਜਿਹੇ ਨੇ ਕਰਮ ਕੀਤੇ ਉਹ ਚੰਗੇ ਮਾੜੇ ਇਹਦੇ ਉਹ ਪ੍ਰਗਟ ਹੋ ਜਾਂਦੇ, ਵਿਦਿਤ ਹੋ ਜਾਂਦੇ ਹਨ। ਆਪਣੇ ਕੀਤੇ ਕਰਮਾਂ ਅਨੁਸਾਰ ਹੀ ਉੱਥੇ ਪਰਲੋਕ ਵਿੱਚ ਦੁੱਖ ਤੇ ਸੁੱਖ ਭੋਗਦਾ ਹੈ। ਇਸੇ ਨੂੰ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਮੱਕੇ ਦੀ ਧਰਤੀ ਤੇ ਵੀ ਆਖਿਆ ਸੀ, ਕਾਬੇ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਕਾਜੀ ਮੁੱਲਾ ਇਕੱਠੇ ਹੋ ਕੇ ਪੁੱਛਦੇ ਸੀ ਨਾ, ਪੁੱਛਣ ਖੋਲ ਕਿਤਾਬ ਨੂੰ, ਕਾਜੀ ਮੁੱਲਾ ਇਕੱਠੇ ਹੋਈ, ਉਹ ਕਹਿੰਦੇ ਸੀ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਸ਼ੁਭ ਅਮਲਾਂ ਬਾਝੋਂ
कि जे जीव शुभ अमल नहीं कमाते, शुभ कर्म नहीं कमाते, फिर भावें कोई होवे उन्हां नूं रोना पैंदा है। दोनों तो भाव हिंदू होवे भावें मुसलमान होवे, उस वेले दोनों की गल उन्होंने पुछी सी। इहदा भाव कोई भी जीव है संसार का जिहदे पल्ले चंगे कर्म नहीं, शुभ अमल नहीं, उन्होंने रोना पैंदा, पछताउणा पैंदा, क्योंकि उत्थे तां चंगे माड़े कर्म जीव दे वेखे जाते। तां ही महाराज ने आसा की वार विच भी आख्या ना, नानक जी उपाय कै लिख नावै धर्म बहालिया, उथै सच्चे ही सच निबड़ै चुन वख कढे जजमालिया। उथे सच्चो सच निबड़दा, सच्चे नूं एक पासे ते झूठे नूं एक पासे कर दिता जांदा, चुन के वख कढ दिता जांदा। चुन वख कढे जजमालिया, थाओ न पाइन कूड़ियार, मोह कालै दोजक चालिया। आसा की वार दा बचन महाराज कहंदे झूठे नूं उत्थे थां नहीं प्राप्त हुंदी, मूँह काला करके ते नरक नूं तोर दिता जांदा। थाओ न पाइन कूड़ियार, मोह कालै दोजक चालिया। तेरे नाए रत्ते से जिण गए, हार गए से ठगण वालिया। लिख नावे धर्म बहालिया। जिन्हां ने नाम जपिया, नाम नाल अंदरों जुड़े, वो जित के गए। जिन्हां ने ठगियां मारियां उत्थे हार गए, हार गए से ठगण वालिया। तां गरीब नवाज साहब जी कहंदे हन, ये बहादुर शाह दुख सुख भोगदा है अपनी किरत दे अनुसार। आसा की वार अंदर ही महाराज ने आख्या, पौड़ी कपड़ रूप सुहावना, छड्ड दुनिया अंदर जावना। कपड़े इत्थे छड्ड जावेगा, रूप सुहावना इत्थे छड्ड जावेगा, शरीर आ सथूल दिसन वाला इत्थे रह जावेगा, पर इस शरीर नाल जिहड़े मंदे चंगे कर्म कीते वो नाल जाने। कपड़ रूप सुहावना, छड्ड दुनिया अंदर जावना। मंदा चंगा अपना, आपे ही कीता पावना। हुक्म किए मन भावदे, राहे भीड़े अगे जावना। नंगा दोजक चालिया, तां दिसै खरा डरावना। कारे औगण पछोतावना, औगण करके पछताउणा पैंदा। बाबा फरीद साहब जी ने आख्या, शेख फरीद जी ने, वो कहंदे भी माड़े कर्म करन लगिया ना, कपाह नूं वेखिया कर। कपाह नूं कहंदे जिस तरह कपाह नूं मार पैंदी, इस तरह मार पैनी है। कपाह नूं किवें झंबिया जांदा, किवें पेंजे विच उहदा तूंबा तूंबा उड़ा दिता जांदा। कहंदे तूंबा तूंबा उड़ा देणगे। कहंदे तिलां वल्ले वेख रिया कर, किवें कोलू विच पा के तिलां नूं पीड़ के उन्हां दा तेल कढ दिता जांदा। इस तरह पीड़ देना फिर तैनूं। कमाद वल्ले बाबा फरीद साहब जी कहंदे कमाद वल्ले वेखिया कर, किवें वेलणे विच उहनूं पीड़िया जांदा है कमाद नूं। कागद नूं किवें कुੱਟਿਆ ਜਾਂਦਾ है, कोलियां नूं किवें साड़िया जांदा है, तौड़ी नूं किवें चुल्हे उत्ते रिन्निया जांदा, कुन्ने नूं। कहंदे मंदे अमल करन वाले नूं इस तरह की सजा मिलदी जिवें इन्हां सारियां नूं मिलदी। फरीदा वेख कपाह है जे थिया, जे सिर थिया तिलाह। कमादै अर कागदै कुन्ने कोयलिया। मंदे अमल करेंदिया एह सजाए तिना। यह सजा मिलती है। तो दशमेश पातशाह बहादुर शाह नूं समत दे रहे आ। कहंदे बहादुर शाह जिस तरह के जीव कर्म करदा, अपनी किरत के अनुसार इनूं दुख ते सुख भोगना पैंदा है। ਜਿਹੜੇ ਇਹਨੇ ਝੂਠੇ ਲਿਬਾਸ ਉੱਪਰ ਧਾਰਨ ਕੀਤੇ ਹੋਏ ਹਨ, ਲਿਬਾਸਾਂ ਨੂੰ ਧਾਰਨ ਕਰਕੇ ਉੱਪਰੋਂ ਉੱਪਰੋਂ ਦਾ ਧਰਮੀ ਬਣਿਆ ਹੋਇਆ ਹੈ। ਇਹ ਉੱਪਰਲੇ ਲਿਬਾਸ ਨੇ ਉੱਥੇ ਸਹਾਇਤਾ ਨਹੀਂ ਕਰਨੀ, ਇਹਦੀ ਸਹਾਇਤਾ ਨਹੀਂ ਉਸ ਥਾਂ ਤੇ ਹੋਣੀ ਹੈ ਵੀ ਉੱਤੋਂ ਉੱਤੋਂ ਇਹ ਧਰਮੀ ਬਣ ਗਿਆ। ਇਹਨੇ ਧਰਮ ਦਾ ਪੁਸ਼ਾਕਾ ਪਾ ਲਿਆ, ਧਰਮ ਦਾ ਚੋਲਾ ਪਾ ਲਿਆ, ਧਰਮ ਦੇ ਕੱਪੜੇ ਪਾ ਲਏ, ਉੱਤੋਂ ਅੰਦਰ ਧਰਮ ਦੇ ਗੁਣ ਨਹੀਂ ਧਾਰਨ ਕੀਤੇ, ਅੰਦਰ ਚੰਗਿਆਈਆਂ ਨਹੀਂ ਧਾਰਨ ਕੀਤੀਆਂ।
ਇਹਨੇ ਬਚਾਉਣਾ ਨਹੀਂ ਕਿ ਧਰਮ ਦੇ ਇਕੱਲੇ ਲਿਬਾਸ ਨੇ। ਧਰਮ ਦਾ ਲਿਬਾਸ ਤਾਂ ਸਫਲਾ ਜੇ ਧਰਮ ਦੇ ਗੁਣ ਵੀ ਅੰਦਰ ਆਉਣ ਤਾਂ। ਮਹਾਰਾਜ ਨੇ ਹਰੇਕ ਧਰਮ ਦਾ ਜ਼ਿਕਰ ਕੀਤਾ ਹੈ ਆਪਣੀ ਰਸਨਾ ਤੋਂ, ਆਪਣੀ ਬਾਣੀ ਦੇ ਅੰਦਰ। ਗਰੀਬ ਨਵਾਜ ਕਹਿੰਦੇ ਧਰਮ ਦਾ ਪਹਿਰਾਵਾ ਤਾਂ ਸਫਲਾ ਵਾ ਜੇ ਧਰਮ ਦੇ ਗੁਣ ਵੀ ਧਾਰਨ ਕਰੇ। ਪਹਿਰਾਵਾ ਫਿਰ ਮਾੜਾ ਨਹੀਂ, ਪਰ ਜੇ ਧਰਮ ਦੇ ਗੁਣ ਨਹੀਂ ਧਾਰਨ ਕੀਤੇ, ਇਕੱਲਾ ਪਹਿਰਾਵਾ ਹੀ ਹੈ, ਇਕੱਲਾ ਲਿਬਾਸ ਹੀ ਆ, ਤਾਂ ਫਿਰ ਮਾਰੇ ਕਹਿੰਦੇ ਇਕੱਲੇ ਲਿਬਾਸ ਨਾਲ ਕੋਈ ਧਰਮ ਹੀ ਨਹੀਂ ਬਣਦਾ ਹੁੰਦਾ। ਜਿਵੇਂ ਬਾਬਾ ਸੇਖਪ੍ਰੀਤ ਸਾਹਿਬ ਜੀ ਨੇ ਆਖਿਆ, ਫਰੀਦਾ ਕੰਨ ਮੁਸੱਲਾ ਸੂਫ ਗਲ। ਕਹਿੰਦੇ ਵੀ ਮੋਢੇ ਉੱਤੇ ਮੁਸੱਲਾ ਰੱਖ ਲਿਆ। ਮੁਸਲਮਾਨ ਉਹ ਜਿਸ ਦਰੀ ਤੇ ਬੈਠ ਕੇ ਨਮਾਜ਼ ਪੜ੍ਹਦਾ ਉਹਨੂੰ ਮੁਸੱਲਾ ਕਹਿੰਦਾ। ਮੋਢੇ ਤੇ ਮੁਸੱਲਾ ਵੀ ਰੱਖਿਆ, ਬਾਕੀ ਵੀ ਧਰਮ ਦੇ ਚਿੰਨ੍ਹ ਧਾਰਨ ਕੀਤੇ। ਸੂਫ ਗਲ ਵਿੱਚ ਪਾਈ ਹੋਈ ਹੈ। ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਪਰ ਕਹਿੰਦੇ ਦਿਲ ਵਿੱਚ ਛੁਰੀ ਰੱਖੀ ਬੈਠਾ, ਦੂਸਰਿਆਂ ਨੂੰ ਵੱਢਣ ਵਾਸਤੇ, ਦੂਸਰਿਆਂ ਨੂੰ ਲੁੱਟਣ ਖੋਹਣ ਵਾਸਤੇ, ਤੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰਦਾ ਹੈ। ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਪੰਡਤ ਹਰਦਿਆਲ ਨੂੰ ਵੀ ਸਿੱਖਿਆ ਦਿੰਦੇ ਇਹੀ ਗੱਲ ਕਹੀ ਸੀ ਜਦੋਂ ਜਨੇਊ ਪਾਉਣ ਵਾਸਤੇ ਆਇਆ ਸੀ। ਮਹਾਰਾਜ ਕਹਿੰਦੇ ਧਾਗੇ ਦਾ ਜਨੇਊ ਪਾਉਣ ਦੇ ਨਾਲ ਕੋਈ ਧਰਮੀ ਨਹੀਂ ਬਣਦਾ। ਪੰਡਤ ਜੀ ਜਨੇਊ ਪਾਉਣਾ ਤੇ ਦਇਆ ਦੀ ਕਪਾਹ ਵਾਲਾ, ਸੰਤੋਖ ਦੇ ਸੂਤ ਵਾਲਾ, ਜੱਤ ਦੀਆਂ ਗੰਢਾਂ ਵਾਲਾ, ਸੱਤ ਦੇ ਵੱਟ ਚੜੇ ਵਾਲਾ ਜਨੇਊ ਪਾਓ। ਇਹ ਜਨੇਊ ਫਿਰ ਜੀ ਦਾ, ਜਿੰਦ ਦਾ ਜਨੇਊ ਹੋਊਗਾ, ਇਕੱਲਾ ਸਰੀਰ ਦਾ ਜਨੇਊ ਨਹੀਂ ਹੋਊਗਾ। ਮਹਾਰਾਜ ਨੇ ਫਰਮਾਇਆ ਸ਼ਲੋਕ ਮਹੱਲਾ ਪਹਿਲਾ, ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਅਕਾਹਾਈ ਤਾਂ ਪਾਂਡੇ ਘੱਤ, ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਪਰ ਜੇ ਇਹ ਸ਼ੁਭ ਗੁਣ ਨਾ ਮਨੁੱਖ ਨੇ ਧਾਰਨ ਕੀਤੇ ਤੇ ਇਕੱਲਾ ਧਾਗੇ ਦਾ ਵਟਿਆ ਜਨੇਊ ਪਾ ਲਿਆ, ਮਹਾਰਾਜ ਕਹਿੰਦੇ ਉਹਨੇ ਕੰਮ ਨਹੀਂ ਦੇਣਾ, ਉਹਨੇ ਧਰਮੀ ਨਹੀਂ ਬਣਾਉਣਾ ਇਨਸਾਨ। ਜੇ ਜੀਵ ਨੇ ਆਪਣੇ ਜੀਵਨ ਵਿੱਚ ਦਇਆ ਨਾ ਧਾਰਨ ਕੀਤੀ, ਸੰਤੋਖ ਨਾ ਧਾਰਨ ਕੀਤਾ, ਜਤ ਨਾ ਧਾਰਨ ਕੀਤਾ, ਸਤ ਨਾ ਧਾਰਨ ਕੀਤਾ, ਤੇ ਚਾਰ ਕੌਡੀਆਂ ਦਾ ਮੁੱਲ ਖਰੀਦ ਕੇ ਜਨੇਊ ਪਾ ਦਿੱਤਾ, ਉਹਦੇ ਨਾਲ ਮਹਾਰਾਜ ਕਹਿੰਦੇ ਧਰਮੀ ਨਹੀਂ ਬਣਨ ਲੱਗਾ। ਚੌਕੜ ਮੋਲੇ ਅਣਾਇਆ ਬਹਿ ਚੌਕੇ ਪਾਇਆ, ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ। ਸਤਿਗੁਰੂ ਕਹਿੰਦੇ ਵੀ ਇਹ ਧਾਗੇ ਵਾਲਾ ਜਨੇਊ ਪਾ ਕਰਕੇ ਜੇ ਮਨੁੱਖ ਮਾੜੇ ਕਰਮ ਨਾ ਛੱਡੇ ਤੇ ਪੰਡਤ ਜੀ ਫਿਰ ਉਹਨੂੰ ਧਰਮੀ ਆਖੋਗੇ? ਨਹੀਂ, ਉਹ ਧਰਮੀ ਨਹੀਂ ਹੋ ਸਕਦਾ। ਗਰੀਬ ਨਵਾਜ ਨੇ ਕਿਹਾ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ, ਪਹਿਨਾਮੀਆਂ, ਰਾਤ ਦਿਨ ਸਜੀਅ ਨਾਲ। ਲੱਖਾਂ ਤੇ ਠੱਗੀਆਂ ਮਾਰੀ ਜਾਂਦਾ ਮਹਾਰਾਜ ਕਹਿੰਦੇ ਰੋਜ਼। ਲੱਖਾਂ ਚੋਰੀਆਂ ਕਰਦਾ, ਲੱਖਾਂ ਜਾਰੀਆਂ ਕਰਦਾ, ਦਿਨੇ ਰਾਤ ਇਹਦੇ ਅੰਦਰ ਤਾਂ ਇਹ ਕੁਝ ਚੱਲਦਾ ਹੈ ਤੇ ਬਾਹਰੋਂ ਇਹਨੇ ਜਨੇਊ ਪਾ ਕੇ ਧਰਮੀ ਕਹਾਉਂਦਾ। ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀਏ ਨਾਲ, ਤੱਗ ਕਪਾਹੋ ਕੱਤੀਏ, ਬਾਹਮਣ ਵੱਟੇ ਆਏ, ਕੋਹੇ ਬੱਕਰਾ ਰਿੰਨ ਖਾਇਆ, ਸਭ ਕੋ ਆਖੈ ਪਾਏ, ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ, ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਧਰਮੀ ਬਣਿਆ ਜਾਂਦਾ। ਇੱਥੇ ਵੀ ਗਰੀਬ ਨਵਾਜ ਸਾਹਿਬ ਜੀ ਫਰਮਾ ਰਹੇ ਵੀ ਬਾਹਰਲੇ ਜਿਹੜੇ ਝੂਠੇ ਲਿਬਾਸ ਵਾ ਉੱਪਰ ਧਾਰਨ ਕੀਤੇ ਹੋਏ ਆ, ਇਹਨਾਂ ਨਾਲ ਸਹਾਇਤਾ ਨਹੀਂ ਹੋਣੀ। ਇਹ ਬਹਾਦਰ ਸ਼ਾਹ ਜਿਹੋ ਜੀ ਕਿਰਤ ਕਰਦਾ ਨਾ ਇਨਸਾਨ, ਉਹ ਭੋਗਣੀ ਪੈਂਦੀ ਹੈ ਜਿਹੋ ਜਿਹਾ ਕਰਮ ਕਰਦਾ ਹੈ। ਜਿਵੇਂ ਇੱਥੇ ਤੋਂ ਪ੍ਰਤੱਖ ਵੇਖ ਲਿਆ ਹੈ ਨਾ, ਕਿ ਆ ਸਾਹਮਣੇ ਵੇਖ ਲਿਆ ਕਿ ਕਲਮਾ ਉੱਤੇ ਲਿਖਿਆ ਹੋਇਆ ਤੇ ਰੁਪਈਆ ਚੱਲਿਆ ਨਹੀਂ ਬਾਜ਼ਾਰ ਦੇ ਵਿੱਚ। ਪਰਮੇਸ਼ਰ ਦੀ ਦਰਗਾਹ ਵਿੱਚ ਵੀ ਐਸਾ ਨਿਆਂ ਹੈ, ਉੱਥੇ ਵੀ ਖੋਟੇ ਨੂੰ ਥਾਂ ਕੋਈ ਨਹੀਂ, ਖੋਟੇ ਨੂੰ ਉੱਥੇ ਥਾਂ ਕੋਈ ਨਹੀਂ ਹੈ। ਉੱਥੇ ਵੀ ਖੋਟੇ ਸੱਟੀਏ ਬਾਹਰ ਵਾਰ, ਖੋਟਿਆਂ ਨੂੰ ਬਾਰ-ਬਾਰ ਸੁੱਟ ਦਿੱਤਾ ਜਾਂਦਾ। ਉੱਥੇ ਵੀ ਜਿਹੋ ਜਿਹੇ ਜੀਵ ਕਰਮ ਕਰਦਾ ਉਹੋ ਜਿਹਾ ਫਲ ਉਹਨੂੰ ਭੋਗਣਾ ਪੈਂਦਾ। ਗੁਰਬਾਣੀ ਵਿੱਚ ਸਾਧ ਸੰਗਤ ਜੀ ਇਹ ਦੋਵੇਂ ਪੱਖ ਵਾਰ-ਵਾਰ ਜ਼ਿਕਰ ਆਉਂਦਾ।
ਨਾਮ ਧਿਆਉਣ ਵਾਲਿਆਂ ਦਾ ਵੀ ਤੇ ਜਿਸ ਨੇ ਨਾਮ ਨੂੰ ਛੱਡ ਕੇ ਪਾਪ ਕਰਮ ਕੀਤੇ ਉਹਦਾ ਵੀ ਨਾਲ ਜ਼ਿਕਰ ਗੁਰਬਾਣੀ ਨੇ ਬਰਾਬਰ ਦੋਹਾਂ ਗੱਲਾਂ ਨੂੰ ਤੋਰਿਆ। ਜਿੱਥੇ ਨਾਮ ਜਪਣ ਵਾਲੇ ਦਾ ਜ਼ਿਕਰ ਤੇ ਮਹਾਰਾਜ ਕਹਿੰਦੇ ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀਤ, ਨਾਨਕ ਧਰਮੇ ਐਸੇ ਚਵਹਿ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਉਹਨਾਂ ਦਾ ਸਤਿਕਾਰ ਕਰਦਾ ਵਾ ਜਿਹੜੇ ਨਾਮ ਜਪਦੇ। ਤੇ ਦੂਜਾ ਬਚਨ ਨਾਲ ਹੀ ਕਹਿ ਦਿੱਤਾ ਵੀ ਜਿਨ੍ਹਾਂ ਨੇ ਨਾਮ ਛੱਡ ਕੇ ਪਾਪ ਹੀ ਕਮਾਏ ਆ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਤੇ ਉਹਨਾਂ ਨੂੰ ਧਰਮ ਰਾਜਾ ਇਸ ਤਰ੍ਹਾਂ ਮੱਥ ਦਿੰਦਾ ਜਿਵੇਂ ਮਧਾਣੀ ਰਿੜਕਦੀ ਆ ਦਹੀਂ ਨੂੰ, ਇਸ ਤਰ੍ਹਾਂ ਰਿੜਕ ਕੇ ਰੱਖ ਦਿੰਦਾ। ਇਸ ਕਰਕੇ ਪ੍ਰਭੂ ਦੀ ਦਰਗਾਹ ਦੇ ਵਿੱਚ ਸੱਚਾ ਨਿਆਂ ਹੈ, ਉੱਥੇ ਝੂਠੇ ਨੂੰ ਥਾਂ ਕੋਈ ਨਹੀਂ ਮਿਲਦੀ ਹੈ। ਜੇ ਜੀਵ ਦਾ ਅੰਦਰ ਸ਼ੁੱਧ ਹੋਵੇ ਨਾ, ਹਿਰਦਾ ਸ਼ੁੱਧ ਹੋਵੇ, ਤਾਂ ਦਰਗਾਹ 'ਚ ਛੁਟਕਾਰਾ ਹੁੰਦਾ ਹੈ। ਬਹਾਦਰ ਸ਼ਾਹ ਕੱਲਾ ਕਲਮਾ ਪੜ੍ਹਨ ਦੇ ਨਾਲ ਨਹੀਂ ਛੁਟਕਾਰਾ ਹੁੰਦਾ। ਕਲਮਾ ਪੜ੍ਹਨ ਤੋਂ ਭਾਵ ਇਹ ਹੈ ਕਲਮਾ ਪੜ੍ਹਦਿਆਂ ਪੜ੍ਹਦਿਆਂ ਅੰਦਰ ਵੀ ਸ਼ੁੱਧ ਹੋ ਜਾਵੇ। ਜਦੋਂ ਅੰਦਰ ਸ਼ੁੱਧ ਹੋ ਜਾਵੇਗਾ ਤੇ ਫਿਰ ਛੁਟਕਾਰਾ ਹੋਵੇਗਾ। ਉੱਥੇ ਜਿਸ ਦੇ ਅੰਦਰ ਖੋਟ ਹੈ, ਅੰਦਰ ਖੋਟਾਪਣ ਹੈ, ਤੇ ਉੱਥੇ ਉਹਨੂੰ ਮਹਾ ਦੁੱਖ, ਵੱਡਾ ਦੁੱਖ ਪ੍ਰਾਪਤ ਹੋਵੇਗਾ। ਬਹੁਤ ਵੱਡਾ ਦੁੱਖ ਉਹਨੂੰ ਝੱਲਣਾ ਪਵੇਗਾ। ਉੱਥੇ ਬਾਹਰਲਾ ਲਿਬਾਸ ਨਹੀਂ ਕਿਸੇ ਨੇ ਮੰਨਣਾ। ਇਹ ਬਹਾਦਰ ਸ਼ਾਹ, ਇੱਥੇ ਸੰਸਾਰ ਵਿੱਚ ਤਾਂ ਲੋਕ ਬਾਹਰਲੇ ਲਿਬਾਸ ਤੋਂ ਪ੍ਰਭਾਵਿਤ ਹੋ ਜਾਂਦੇ ਆ, ਬਾਹਰਲੇ ਧਾਰਮਿਕ ਲਿਬਾਸਾਂ ਤੋਂ ਪ੍ਰਭਾਵਿਤ ਹੋ ਕਰਕੇ ਆਦਰ ਮਾਣ ਦਿੰਦੇ ਆ। ਪਰ ਉੱਥੇ ਉਹ ਕਰਤਾ ਪੁਰਖ ਸਭ ਕੁਝ ਜਾਣਦਾ ਕਿ ਤੂੰ ਬਾਹਰੋਂ ਤਾਂ ਧਰਮ ਦਾ ਲਿਬਾਸ ਪਾਇਆ ਹੋਇਆ ਤੇ ਅੰਦਰੋਂ ਕੀ ਬਣਿਆ ਫਿਰਦਾ। ਜਿਵੇਂ ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਜਗਤ ਗੁਰੂ ਜੀ ਦਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸੁੱਧਾ ਕਾਲੀਆਂ ਬਾਹਰ ਚਿਟਵੀਆਂ। ਅੰਦਰੋਂ ਕਾਲੇ ਤੇ ਬਾਹਰੋਂ ਚਿੱਟੇ, ਬਾਹਰੋਂ ਲਿਬਾਸ ਧਰਮ ਦਾ ਤੇ ਅੰਦਰੋਂ ਕਰਮ ਮਾੜੇ। ਇਸ ਕਰਕੇ ਉੱਥੇ ਇਹ ਲਿਬਾਸ ਵੇਖ ਕੇ ਨਹੀਂ ਛੁਟਕਾਰਾ ਹੋਣਾ। ਬਾਹਰਲੇ ਲਿਬਾਸ ਨੂੰ ਕਿਸੇ ਨੇ ਉੱਥੇ ਨਹੀਂ ਮੰਨਣਾ ਹੈ। ਜਿਸ ਤਰ੍ਹਾਂ ਦੇ ਜੀਵ ਨੇ ਕਰਮ ਕੀਤੇ ਆ ਨਾ, ਸ਼ੁਭਾ ਸ਼ੁਭ, ਸ਼ੁਭ ਤੇ ਅਸ਼ੁਭ, ਚੰਗੇ ਤੇ ਮਾੜੇ, ਉਹ ਮਿਟਣੇ ਨਹੀਂ ਕਿਸੇ ਤਰ੍ਹਾਂ। ਉਹਨਾਂ ਕਰਮਾਂ ਦਾ ਫਲ ਇਹਨੂੰ ਭੋਗਣਾ ਪੈਣਾ। ਇਸ ਕਰਕੇ ਗਰੀਬ ਨਵਾਜ ਨੇ ਆਖਿਆ, ਦੱਦੈ ਦੋਸ ਨਾ ਦੇਊ ਕਿਸੈ, ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਕਿ ਬੰਦਿਆ ਦੋਸ਼ ਨਾ ਹੋਰ ਕਿਸੇ ਨੂੰ ਦੇ, ਆਪਣੇ ਕਰਮਾਂ ਨੂੰ ਦੋਸ਼ ਦੇ। ਜਿਹੋ ਜਿਹੇ ਕਰਮ ਕਰਦਾ ਉਹੋ ਜਿਹਾ ਫਲ ਮਿਲ ਰਿਹਾ, ਉਹੋ ਜਿਹਾ ਹੀ ਮਿਲਣਾ। ਜੋ ਬੀਜੀ ਜਾਣਾ ਉਹ ਵੱਢਣਾ ਪੈਣਾ। ਜੋ ਪਿੱਛੇ ਬੀਜਿਆ ਹੁਣ ਵੱਢ ਰਿਹਾ। ਸਰੀਰ ਇੱਕ ਖੇਤ ਹੈ, ਚੰਗੇ ਮਾੜੇ ਕਰਮ ਬੀਜ ਬੀਜਦਾ ਤੇ ਇਹਨਾਂ ਨੇ ਦੁੱਖ ਸੁੱਖ ਰੂਪੀ ਫਲ ਦੇਣਾ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਖੇਤ ਸਰੀਰ ਜੋ ਬੀਜੀਆ ਸੋ ਅੰਤ ਖਲੋਆ ਆਏ। ਅੰਤ ਨੂੰ ਅੱਗੇ ਆ ਖਲੋਣਾ ਜੋ ਬੀਜਿਆ। ਇਸ ਕਰਕੇ ਸ਼ੁਭ ਅਸ਼ੁਭ ਜਿਹੜੇ ਕਰਮ ਕੀਤੇ ਨਾ, ਚੰਗੇ ਮਾੜੇ, ਉਹਨਾਂ ਮਿਟਣਾ ਨਹੀਂ, ਉਹ ਫਲ ਦੇਣਗੇ। ਇਸ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਦੀ ਰਸਨਾ ਦਾ ਪਵਿੱਤਰ ਉਪਦੇਸ਼ ਸੁਣ ਕਰਕੇ ਤੇ ਬਹਾਦਰ ਸ਼ਾਹ ਫਿਰ ਮੌਨ ਧਾਰ ਲਈ। ਭਾਵ ਬਹਾਦਰ ਸ਼ਾਹ ਚੁੱਪ ਕਰ ਗਿਆ ਹੈ। ਪਰ ਅੰਦਰ ਦੀ ਬਿਰਤੀ ਤਾਂ ਨਹੀਂ ਸੁੱਧ ਹੋਈ ਇਹਦੀ, ਕਿਉਂਕਿ ਇਹ ਬਚਨ ਤਾਂ ਮਹਾਰਾਜ ਸਾਹਿਬ ਜੀ ਦੇ ਸੁਣੇ, ਪਰ ਅੰਦਰ ਮੈਲਾ ਹੈ। ਤੇ ਇਹਦੀ ਨਜ਼ਰ ਜਿਹੜੀ ਹੈ ਨਾ, ਉਹ ਸਿੱਖ ਦੀ ਪੁੱਤਰੀ ਦੀ ਤਰਫ ਹੀ ਲੱਗੀ ਹੋਈ ਹੈ। ਇਸੇ ਤਰ੍ਹਾਂ ਇੱਕ ਦੋ ਹੋਰ ਪ੍ਰਸੰਗ ਇਹਨੇ ਤੋਰੇ। ਮਹਾਰਾਜ ਸਾਹਿਬ ਜੀ ਤੋਂ ਪੁੱਛਿਆ ਇੱਕ ਦੋ ਹੋਰ ਗੱਲਾਂ ਬਾਤਾਂ। ਤੇ ਜੋਗ ਉੱਤਰ ਗੁਰੂ ਸਾਹਿਬ ਜੀ ਦੇ ਪਾਸੋਂ ਇਹਨੇ ਪ੍ਰਾਪਤ ਕੀਤੇ। ਜਿਹੜੇ ਹੋਰ ਵੀ ਪ੍ਰਸੰਗ ਤੋਰੇ ਨਾ, ਕੋਈ ਸਵਾਲ ਮਹਾਰਾਜ ਸਾਹਿਬ ਜੀ ਨੂੰ ਕੀਤੇ ਤੇ ਉਹਨਾਂ ਦਾ ਜੋਗ ਉੱਤਰ, ਤਸੱਲੀ ਬਖਸ਼ ਉੱਤਰ ਮਹਾਰਾਜ ਸਾਹਿਬ ਜੀ ਨੇ ਦਿੱਤਾ। ਕਹਿੰਦੇ ਵੀ ਐਵੇਂ ਗੱਲਾਂ ਬਾਤਾਂ ਜਿਹੀਆਂ ਵਧਾਈ ਜਾਂਦਾ ਏ, ਵੀ ਅੰਦਰ ਹਿਰਦੇ ਦੀ ਭਾਵਨਾ ਨਾਲ ਨਹੀਂ ਪੁੱਛਦਾ।
ਸਿਰਫ ਗੁਰੂ ਸਾਹਿਬ ਜੀ ਦੇ ਪਾਸ ਬੈਠਣ ਵਾਸਤੇ ਵੀ ਸਮਾਂ ਲੰਘ ਜਾਵੇ, ਕੁਝ ਸਮਾਂ ਹੋਰ ਬੈਠਾਂ। ਕਦੀ ਕਿਸੇ ਖਿਆਲ ਵਿੱਚ, ਕਦੀ ਕਿਸੇ ਖਿਆਲ ਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਨਾਲ ਵਾਰਤਾ ਕਰਦਾ, ਗੁਰੂ ਸਾਹਿਬ ਜੀ ਦੇ ਨਾਲ ਗੱਲਬਾਤ ਕਰਦਾ ਵਾ, ਪਰ ਅੰਦਰੋਂ ਜਿਹੜਾ ਹਿਰਦਾ ਹੈ ਉਹ ਮੈਲਾ ਹੈ, ਅੱਖਾਂ ਦੂਸਰੇ ਪਾਸੇ ਉਧਰ ਨੂੰ ਵਾਰ-ਵਾਰ ਝਾਕਦਾ ਹੈ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਬਹਾਦਰ ਸ਼ਾਹ ਦੇ ਚਿੱਤ ਦੀ ਹਾਲਤ ਜਾਣੀ ਹੈ, ਕਿਉਂਕਿ ਮਹਾਰਾਜ ਸਾਹਿਬ ਤੋਂ ਕੋਈ ਕੁਝ ਨਹੀਂ ਲੁਕਿਆ ਛਿਪਿਆ। ਬੰਦਾ ਬੰਦੇ ਤੋਂ ਲੁਕਾ ਸਕਦਾ, ਰੱਬ ਤੋਂ ਕੀ ਲੁਕਾਵੇਗਾ? ਜਿਹੜਾ ਬਿਨਾਂ ਬੋਲਿਆ ਬਿਨਾਂ ਕਹਿਆ ਸਭ ਕੁਝ ਜਾਣਦਾ ਅੰਦਰ ਦੀ, ਉਹਦੇ ਤੋਂ ਕੀ ਲੁਕਾ ਸਕਦਾ? ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਇਨਸਾਨ ਤੋਂ ਲੁਕਾ ਸਕਦਾ ਕੋਈ ਕਰਮ, ਕੋਈ ਆਪਣੀ ਗੱਲਬਾਤ, ਪਰ ਭਗਵਾਨ ਤੋਂ ਨਹੀਂ, ਗੁਰੂ ਤੋਂ ਨਹੀਂ, ਪਰਮੇਸ਼ਰ ਤੋਂ ਕੁਝ ਨਹੀਂ ਲੁਕਾਇਆ ਜਾ ਸਕਦਾ। ਬਿਨ ਬਕਨੇ ਬਿਨ ਕਹਿਣ ਕਹਾਵਨ, ਅੰਤਰਜਾਮੀ ਜਾਣੈ। ਸਤਿਗੁਰੂ ਅੰਤਰਜਾਮੀ ਆ ਤੇ ਅੰਦਰ ਦੀਆਂ ਜਾਣਦੇ ਆ ਕਿ ਮੂੰਹ ਤੋਂ ਕੀ ਗੱਲਾਂ ਕਰਦਾ ਏ ਤੇ ਮਨ ਵਿੱਚ ਕੀ ਫੁਰਨੇ ਧਾਰਨ ਕਰਕੇ ਬੈਠਾ, ਮਨ ਵਿੱਚ ਕਿਸ ਤਰ੍ਹਾਂ ਦੀ ਭਾਵਨਾ ਹੈ। ਬੈਠਾ ਸੰਗਤ ਵਿੱਚ ਹੈ, ਆਇਆ ਸਾਡੇ ਦਰਸ਼ਨ ਕਰਨ ਵਾਸਤੇ ਹੈ, ਤੇ ਦ੍ਰਿਸ਼ਟੀ ਵਿਕਾਰੀ ਬਣਾਈ ਬੈਠਾ, ਬਗਾਨਾ ਰੂਪ ਤੱਕੀ ਜਾਣਾ ਹੈ। ਇੱਥੇ ਆ ਕਰਕੇ ਵੀ, ਸਾਡੀ ਸ਼ਰਨ ਵਿੱਚ ਆ ਕਰਕੇ ਵੀ ਤੇਰੇ ਮਨ ਚੋਂ ਮੈਲ ਨਾ ਗਈ। ਆਇਆ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਹੈ, ਆਇਆ ਜਨਮਾਂ ਜਨਮਾਂ ਦੀ ਮੈਲ ਲਾਉਣ ਵਾਸਤੇ ਹੈ, ਤੇ ਸਗੋਂ ਮੈਲ ਹੋਰ ਲਾ ਕੇ ਜਾ ਰਿਹਾ। ਨਾਵਣ ਚੱਲੇ ਤੀਰਥੇ ਮਨ ਫੋਟੈ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀਐਸ ਹੋਰ। ਇੱਕ ਪਾਪ ਨਹਾ ਕੇ ਲਾਤਾ ਤੇ ਲਾਇਆ ਤੇ ਦੋ ਹੋਰ ਚੜਾ ਲਏ। ਮਨ ਮੈਲਾ ਜਦੋਂ, ਤੇ ਉਦੋਂ ਸਭ ਕੁਝ ਹੀ ਮੈਲਾ ਹੋ ਜਾਂਦਾ। ਗਰੀਬ ਨਵਾਜ ਨੇ ਆਖਿਆ ਮਨ ਮੈਲ ਹੈ, ਸਭ ਕੁਛ ਹੈ ਮੈਲਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ ਕਿ ਜਦੋਂ ਜੀਵ ਦਾ ਮਨ ਮੈਲਾ ਹੁੰਦਾ, ਉਦੋਂ ਇਹਦਾ ਸਾਰਾ ਕੁਝ ਹੀ ਮੈਲਾ ਹੋ ਜਾਂਦਾ। ਤੇ ਸਾਰਾ ਕੁਝ ਮੈਲੇ ਦਾ ਅਰਥ ਮਹਾਂਪੁਰਖਾਂ ਨੇ ਕਰਦਿਆਂ ਆਖਿਆ, ਜਦੋਂ ਮਨ ਮੈਲਾ ਤੇ ਫਿਰ ਭਾਵੇਂ ਸੰਗਤ ਵਿੱਚ ਵੀ ਬੈਠਾ ਇਹਦੀਆਂ ਅੱਖਾਂ ਵੀ ਮੈਲੀਆਂ ਹੋਣਗੀਆਂ। ਇਹ ਬਗਾਨਾ ਰੂਪ ਤੱਕੇਗਾ। ਜਿਵੇਂ ਬਹਾਦਰ ਸ਼ਾਹ ਬੈਠਾ ਗੁਰੂ ਸਾਹਿਬ ਦੇ ਪਾਸ ਹੈ ਤੇ ਵੇਖੀ ਜਾਂਦਾ ਸਿੱਖ ਦੀ ਨੌਜਵਾਨ ਲੜਕੀ ਵੱਲੇ। ਮਨ ਮੈਲਾ ਹੈ ਤੇ ਤਨ ਮੈਲਾ ਹੋਵੇਗਾ ਹੀ ਹੋਵੇਗਾ। ਅੱਖਾਂ ਵੀ ਮੈਲੀਆਂ ਹੋਣਗੀਆਂ, ਕੰਨ ਵੀ ਮੈਲੇ ਹੋਣਗੇ, ਰਸਨਾ ਵੀ ਮੈਲੀ ਹੋਊਗੀ, ਹੱਥ ਵੀ ਮੈਲੇ ਹੋਣਗੇ, ਪੈਰ ਵੀ ਮੈਲੇ ਹੋਣਗੇ, ਸਰੀਰ ਸਾਰਾ ਹੀ ਮੈਲਾ ਹੋਵੇਗਾ, ਕਿਉਂਕਿ ਮੈਲ ਅੰਦਰ ਹੈ। ਇਹਦਾ ਦੂਜਾ ਅਰਥ ਕਰਦਿਆਂ ਮਹਾਂਪੁਰਖਾਂ ਨੇ ਹੋਰ ਵੀ ਕੀਤਾ, ਕਹਿੰਦੇ ਮਨ ਮੈਲ ਹੈ ਸਭ ਕੁਛ ਮੈਲਾ। ਮਨ ਮੈਲੇ ਹੋਣ ਕਰਕੇ ਇਹਦਾ ਸਾਰਾ ਕੁਝ, ਸਾਰੇ ਕਰਮ ਹੀ ਮੈਲੇ ਹੋ ਜਾਂਦੇ। ਇੱਥੋਂ ਤੀਕ ਵੀ ਕਹਿ ਦਿੱਤਾ ਵੀ ਇਹਦਾ ਕਥਾ ਕੀਰਤਨ ਕੀਤਾ ਵੀ ਮੈਲਾ ਹੀ ਹੋ ਜਾਂਦਾ। ਸੁਭਾਵਕ ਮਨ 'ਚ ਖਿਆਲ ਆਵੇਗਾ ਵੀ ਕਥਾ ਕੀਰਤਨ ਕਿਵੇਂ ਮੈਲਾ ਹੋ ਸਕਦਾ, ਕਿਉਂਕਿ ਜੇ ਮਨ ਦੀ ਮੈਲ ਹੈ ਤੇ ਫਿਰ ਐਸੀ ਹਾਲਤ ਤੇ ਗੁਰਬਾਣੀ 'ਚ ਗੁਰੂ ਸਾਹਿਬ ਨੇ ਆਖਿਆ ਕਿ ਕਥਾ ਵੀ ਕੀਤੀ ਕਿਹੜੀ ਪ੍ਰਵਾਨ ਹੁੰਦੀ ਤੇ ਕੀਰਤਨ ਕੀਤਾ ਵੀ ਕਿਹੜਾ ਪ੍ਰਵਾਨ ਹੁੰਦਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਕੱਲੇ ਰਸਨਾ ਤੋਂ ਬੋਲਣ ਦੀ ਗੱਲ ਨਹੀਂ ਗੁਰੂ ਸਾਹਿਬ ਨੇ ਆਖਿਆ, ਕੱਲੇ ਜੀਵ ਤੋਂ ਕਥਨ ਦੀ ਜਾਂ ਕੀਰਤਨ ਕਰਨ ਦੀ ਗੱਲ ਨਹੀਂ, ਨਾਲ ਹਿਰਦਾ ਕਿੱਥੇ ਕੁ ਖਲੋਤਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਤੈ। ਜੇ ਅੰਦਰ ਕਪਟ ਹੈ, ਅੰਦਰ ਵਿਕਾਰ ਹੈ, ਤੇ ਮਹਾਰਾਜ ਕਹਿੰਦੇ ਉਹ ਤੇਰਾ ਕੀਰਤਨ ਕਰਨਾ ਨਹੀਂ, ਤੇਰੀ ਕਥਾ ਕਰਨੀ ਨਹੀਂ, ਉਹ ਤਾਂ ਤੇਰਾ ਰੋਣਾ ਹੀ ਆ, ਤੂੰ ਰੋਣੇ ਰੋਣ ਡਿਆ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਤੇ ਕਈ ਵਾਰੀ ਬੰਦਾ ਕਥਾ ਕੀਰਤਨ ਕਰਦਾ ਰੋਣ ਵੀ ਲੱਗ ਪੈਂਦਾ, ਅੱਖਾਂ 'ਚ ਪਾਣੀ ਆ ਗਿਆ, ਵੈਰਾਗ ਆ ਗਿਆ ਜੀ। ਪਰ ਵੈਰਾਗ ਕਈ ਤਰ੍ਹਾਂ ਦਾ ਹੁੰਦਾ।
ਇੱਕ ਸੰਗਤ ਨੂੰ ਵਿਖਾਉਣ ਵਾਲਾ ਵਿਰਾਗ ਹੁੰਦਾ ਤੇ ਇੱਕ ਰੱਬ ਦਾ ਵਿਰਾਗ ਹੁੰਦਾ। ਤੇ ਜੇ ਐਸਾ ਰੋਣਾ ਵੀ ਪ੍ਰਵਾਨ ਨਹੀਂ ਜੇ ਅੰਦਰ ਕਪਟ ਹੈ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਅਗਲੀਆਂ ਪੰਕਤੀਆਂ 'ਚ ਆਖਿਆ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ, ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਪਰਮੇਸ਼ਰ ਕਰਤਾ ਵਾ, ਉਹਨੇ ਪੈਦਾ ਕੀਤਾ ਬੰਦਿਆ ਤੈਨੂੰ, ਤੇ ਤੇਰੀ ਉਹ ਨਾੜ ਨਾੜ ਜਾਣਦਾ, ਤੇਰੀਆਂ ਨਬਜ਼ਾਂ ਜਾਣਦਾ, ਕਿੰਨੀ ਕੁ ਤੇਜ਼ ਚੱਲਦੀ ਹੈ ਕਿੰਨੀ ਹੌਲੀ ਚੱਲਦੀ ਹੈ। ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਹੱਥ ਦੀਜੈ ਤੋਂ ਭਾਵ ਇਹ ਹੈ, ਪੁਰਾਣੇ ਸਮੇਂ ਵਿੱਚ ਜਦੋਂ ਕੋਈ ਵੈਦ ਕੋਲੇ ਜਾਂ ਹਕੀਮ ਕੋਲੇ ਜਾਂਦਾ ਸੀ, ਉਹਨੂੰ ਬਾਂਹ ਫੜਾ ਕਰਕੇ ਆਪਣਾ ਰੋਗ ਵਿਖਾਉਂਦਾ ਸੀ। ਉਹ ਫਿਰ ਨਬਜ਼ ਵੇਖ ਕੇ ਦੱਸਦਾ ਸੀ ਵੀ ਕਿਹੜਾ ਰੋਗ ਹੈ। ਤੇ ਮਹਾਰਾਜ ਕਹਿੰਦੇ ਗੁਰੂ ਪਰਮੇਸ਼ਰ ਤਾਂ ਬੰਦਿਆ ਤੇਰੀਆਂ ਨਬਜ਼ਾਂ ਜਾਣਦਾ, ਸਿਰ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਜਿਨ੍ਹਾਂ ਦਾ ਹਿਰਦਾ ਸੁਧ ਹੈ ਉਹਨਾਂ ਦੀ ਭਗਤੀ ਪ੍ਰਵਾਨ ਹੁੰਦੀ ਰੱਬ ਦੇ ਘਰ, ਤੇ ਉਹਨਾਂ ਦੀ ਕਥਾ ਕੀਰਤਨ ਕੀਤੀ ਹੋਈ ਤੇ ਸੁਣੀ ਹੋਈ ਪ੍ਰਵਾਨ ਹੁੰਦੀ। ਮਹਾਂਪੁਰਖਾਂ ਨੇ ਇਸ ਪਵਿੱਤਰ ਪੰਕਤੀ ਦਾ ਅਰਥ ਕਰਦੇ ਆਖਿਆ, ਮਨ ਮੈਲ ਹੈ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਜਿੰਨਾ ਚਿਰ ਗੁਰੂ ਕੀ ਸਿੱਖਿਆ ਗੁਰੂ ਕਾ ਉਪਦੇਸ਼ ਮਨ ਵਿੱਚ ਨਹੀਂ ਵਸਿਆ, ਜਿੰਨਾ ਚਿਰ ਮਨ ਮੈਲਾ ਤੇ ਫਿਰ ਹਰੇਕ ਕਰਮ ਮੈਲਾ ਹੀ ਮੈਲਾ ਹੁੰਦਾ। ਦਾਨ ਪੁੰਨ ਸੇਵਾ ਸਿਮਰਨ ਫਿਰ ਸਭ ਕੁਝ ਬੰਦਾ ਉਸ ਮੈਲ ਵਿੱਚ ਹੀ ਕਰਦਾ, ਹੰਕਾਰ ਵਿੱਚ ਹੀ ਕਰਦਾ, ਵਕਾਰਾਂ ਵਿੱਚ ਹੀ ਕਰਦਾ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਮਹਾਰਾਜ ਕਹਿਣ ਲੱਗੇ, ਹੇ ਬਹਾਦਰ ਸ਼ਾਹ ਕਰਹਿ ਬਾਰਤਾ ਕਿਸ ਕਿਸ ਖਿਆਲ, ਚਿੱਤ ਕੀ ਗਤ ਸਤਿਗੁਰ ਨੇ ਜਾਣੀ। ਬਹਾਦਰ ਸ਼ਾਹ ਦੇ ਚਿੱਤ ਦੀ ਜਿਹੜੀ ਹਾਲਤ ਸੀ ਨਾ, ਵੀ ਇਹਦਾ ਚਿੱਤ ਤਾਂ ਸਿੱਖ ਦੀ ਪੁੱਤਰੀ ਉੱਤੇ ਮੋਹਿਤ ਹੋ ਰਿਹਾ ਹੈ, ਤੇ ਹੋਰ ਹੀ ਕਦੀ ਕਿਸੇ ਖਿਆਲ ਨੂੰ ਸ਼ੁਰੂ ਕਰ ਲੈਂਦਾ, ਕਦੀ ਕਿਸੇ ਖਿਆਲ 'ਚ ਪਰਚ ਜਾਂਦਾ ਹੈ। ਉਹ ਸਾਰੀ ਅੰਦਰ ਦੀ ਹਾਲਤ ਸਤਿਗੁਰੂ ਜੀ ਨੇ ਜਾਣੀ ਹੈ। ਤੇ ਫਿਰ ਬਹਾਦਰ ਸ਼ਾਹ ਦੇ ਨਾਲ ਮਹਾਰਾਜ ਨੇ ਬਚਨ ਕੀਤਾ, ਦੱਸ ਦਿੱਤਾ ਇਹਨੂੰ ਕਿ ਤੂੰ ਅੰਦਰੋਂ ਕਿਧਰਲੇ ਪਾਸੇ ਤੇਰਾ ਖਿਆਲ ਜਾ ਰਿਹਾ। ਉਹ ਬਾਕੀ ਸਾਰੀ ਵਾਰਤਾ ਸਾਧ ਸੰਗਤ ਜੀ ਅਗਲੇ ਦੀਵਾਨ ਵਿੱਚ ਆਵੇਗੀ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ 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 ਵਾਹਿਗੁਰੂ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧ ਕੂਪ ਮਹਾ ਭਿਆਨ ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।